ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਆਤਮ ਰਸ ਜਹ ਜਾਣਿਆ ਹਰ ਰੰਗ ਸਹਿਜੇ ਮਾਨ। ਨਾਨਕ ਧੰਨ 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 ਜਨ ਆਏ ਤੇ ਪਰਵਾਨ। ਪੌੜੀ ਆਇਆ ਸਫਲ ਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਪਨੀਐ। ਆਏ ਬਸੈ ਸਾਧੂ ਕੈ ਸੰਗੇ ਅਨ ਦਿਨ ਨਾਮ ਤੇ ਆਵੈ ਰੰਗੇ। ਆਵਤ ਸੋ ਜਨ ਨਾਮੈ ਰਾਤਾ ਜਾਕੋ ਦਇਆ ਮਇਆ ਵਿਦਾਤਾ। ਏਕੈ ਆਵਨ ਫਿਰ ਜੋ ਨ ਆਇਆ ਨਾਨਕ ਹਰਿ ਕੈ ਦਰਸ ਸਮਾਇਆ। ਏਕੈ ਆਵਨ ਫਿਰ ਜੋ ਨ ਆਇਆ ਨਾਨਕ ਹਰਿ ਕੈ ਦਰਸ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੂਹਾਨੀਅਤ ਦੇ ਸਾਗਰ ਮਨੁੱਖਤਾ ਦੇ ਰਹਿਬਰ ਹਲਤ ਪਲ ਦੇ ਰੱਖਿਅਕ ਭਗਤ ਵਸ਼ਲ ਦਇਆਨਿਧ ਕਲਯੁਗ ਦੇ ਬੋਹਿਤ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਸਭ ਤੇ ਅੱਜ ਫਿਰ ਇੱਕ ਵਾਰ ਆਪਣੀ ਅਪਾਰ ਬਖਸ਼ਿਸ਼ ਮਿਹਰਮਤ ਕੀਤੀ ਹੈ ਕਿ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਭ ਨੂੰ ਇੱਕ ਸੰਗਤੀ ਰੂਪ ਦੇ ਵਿੱਚ ਇਕੱਤਰ ਕਰਕੇ ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇੰਨੀਆਂ ਬਖਸ਼ਿਸ਼ਾਂ ਦਿੱਤੀਆਂ ਨੇ। ਸਾਨੂੰ ਅੰਮ੍ਰਿਤ ਵੇਲੇ ਉਠਾਇਆ ਆ, ਅੰਮ੍ਰਿਤ ਵੇਲੇ ਉਠਾ ਕੇ ਸੰਗਤ ਦੇ ਵਿੱਚ ਬਿਠਾ ਕੇ ਆਪਣਾ ਪਾਵਨ ਤੇ ਪਵਿੱਤਰ ਨਾਮ ਜਪਾਇਆ ਆ। ਸਾਡੀ ਸੁਰਤੀ ਲਵਾਈ ਹੈ, ਮਨ ਟਿਕਾਇਆ ਹੈ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਕਿ ਜਿਹੜਾ ਨਾਮ ਰੂਪੀ ਸੌਦਾ ਅਸੀਂ ਸਾਰੇ ਇਸ ਦੁਨੀਆ ਤੇ ਲੈਣ ਆਏ ਹਾਂ, ਗੁਰੂ ਪਾਤਸ਼ਾਹ ਜੀ ਨੇ ਉਹ ਸੌਦਾ ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਸੰਗਤ ਦੇ ਵਿੱਚ ਬਿਠਾ ਕੇ ਉਹ ਸੌਦਾ ਆਪ ਹੀ ਇਕੱਠਾ ਕਰਵਾ ਲਿਆ ਹੈ। ਸ਼ੁਕਰ ਹੈ ਗੁਰੂ ਸਾਹਿਬ ਜੀ ਦਾ। ਤੇ ਜਿਹੜੀ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਬਿਠਾਇਆ ਆ, ਕਰੋੜਾਂ ਦੇ ਵਿੱਚੋਂ ਚੁਣ ਕੇ ਸਿਰਫ ਸਾਨੂੰ ਹੀ ਬਿਠਾਇਆ ਆ, ਇਹ ਵੀ ਕੋਈ ਆਮ ਗੱਲ ਨਹੀਂ ਆ।
ਕਿ ਜਿੱਥੇ ਗੁਰੂ ਸਾਹਿਬ ਜੀ ਦੀ ਬਾਣੀ ਦੀ ਤੱਤ ਦੀ ਵਿਚਾਰ ਹੋ ਰਹੀ ਹੋਏ, ਜਿੱਥੇ ਗੁਰੂ ਸਾਹਿਬ ਜੀ ਸਾਨੂੰ ਚਰਨ ਧੂੜ ਬਖਸ਼ ਰਹੇ ਹੋਣ, ਸਾਡੇ ਕੋਲੋਂ ਆਪਣਾ ਨਾਮ ਜਪਾ ਰਹੇ ਹੋਣ, ਸਾਨੂੰ ਦਰਸ਼ਨਾਂ ਦੀ ਦਾਤ ਦੇ ਰਹੇ ਹੋਣ, ਵੈਰਾਗ ਬਖਸ਼ ਰਹੇ ਹੋਣ, ਸੱਚਖੰਡ ਲੈ ਕੇ ਜਾ ਰਹੇ ਹੋਣ, ਪ੍ਰਕਾਸ਼ ਹੋ ਰਿਹਾ ਹੋਏ ਸਾਨੂੰ, ਇਸ ਤੋਂ ਉੱਚੀ ਦਾਤ ਹੋਰ ਕਿਹੜੀ ਆ? ਬਾਹਰ ਜਾ ਕੇ ਦੇਖੀਏ, ਦੁਨੀਆ ਦੇ ਵਿੱਚ ਕੋਈ ਵੀ ਐਵੇਂ ਦੀ ਗੱਲ ਨਹੀਂ ਕਰਦਾ। ਭਾਵੇਂ ਜਿੱਡੇ ਵੱਡੇ ਮਰਜ਼ੀ ਪ੍ਰਚਾਰਕ ਦੇ ਕੋਲ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਗੁਰੂ ਸਾਹਿਬ ਜੀ ਨੇ ਇਹ ਸੋਚੀ ਕਿਸੇ ਨੂੰ ਹੀ ਬਖਸ਼ੀ ਹੈ। ਜਿਹੜੀ ਗੁਰੂ ਸਾਹਿਬ ਜੀ ਨੇ ਕਿਹਾ ਨਾ ਕਿ ਕਰੋੜਾਂ ਦੇ ਵਿੱਚੋਂ ਗੁਰੂ ਸਾਹਿਬ ਜੀ ਇੱਕ ਅੱਧੇ ਵਿਰਲੇ ਨੂੰ ਹੀ ਗੁਰੂ ਸਾਹਿਬ ਜੀ ਇਸ ਬਖਸ਼ਿਸ਼ ਦੇ ਲਈ ਚੁਣਦੇ ਆ, ਇਹ ਬਖਸ਼ਿਸ਼ ਦਿੰਦੇ ਆ, ਤੇ ਅਸੀਂ ਉਹਨਾਂ ਕਰੋੜਾਂ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਕੋਲ ਚੁਣ ਕੇ ਇਸ ਗੋਦ ਦੇ ਵਿੱਚ ਬੈਠੇ ਹੋਏ ਆ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕਰੋੜਾਂ ਦੇ ਵਿੱਚ ਚੁਣ ਕੇ ਆਪਣੀ ਗੋਦ ਦੇ ਵਿੱਚ ਬਿਠਾਇਆ। ਉਸ ਦੇ ਵਾਸਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਆ, ਤਹਿ ਦਿਲੋਂ ਧੰਨਵਾਦ ਕਰਨਾ ਚਾਹੀਦਾ ਆ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਵਖਾਣੀਐ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸੰਗਤ ਉਸ ਨੂੰ ਹੀ ਕਹਿੰਦੇ ਆ ਨਾ ਜਿੱਥੇ ਸਿਰਫ ਇੱਕ ਨਾਮ ਜਪਿਆ ਜਾ ਰਿਹਾ ਹੋਏ। ਕਿਉਂ? ਕਿਉਂਕਿ ਇੱਕੋ ਨਾਮ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਆ। ਜਿਸ ਦਿਨ ਆਪਾਂ ਅੰਮ੍ਰਿਤ ਦੀ ਦਾਤ ਲਈ ਸੀ, ਗੁਰੂ ਸਾਹਿਬ ਜੀ ਨੇ ਸਾਡੇ ਸਿਰ ਤੇ ਆਪਣਾ ਹੱਥ ਰੱਖਿਆ ਸੀ, ਕਿਹੜਾ ਨਾਮ ਦ੍ਰਿੜ ਕਰਵਾਇਆ ਸੀ? ਵਾਹਿਗੁਰੂ। ਤੇ ਉਹੀ ਵਾਹਿਗੁਰੂ ਕਰਨ ਲਈ ਗੁਰੂ ਸਾਹਿਬ ਜੀ ਸਾਨੂੰ ਹੁਣ ਕਹਿ ਰਹੇ ਆ, ਹਮੇਸ਼ਾ ਕਹਿੰਦੇ ਆ। ਤੇ ਗੁਰੂ ਸਾਹਿਬ ਜੀ ਨੇ ਉਹੀ ਸਿਮਰਨ ਸਾਡੇ ਕੋਲੋਂ ਹੁਣ ਕਰਵਾਇਆ ਆ। ਗੁਰੂ ਸਾਹਿਬ ਜੀ ਕਰਵਾ ਰਹੇ ਨੇ, ਉਹ ਵੀ ਸੰਗਤ ਦੇ ਵਿੱਚ ਬਿਠਾ ਕੇ। ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਆ, ਤਹਿ ਦਿਲੋਂ ਧੰਨਵਾਦ ਆ ਗੁਰੂ ਸਾਹਿਬ ਜੀ ਦਾ। ਹੁਣ ਸੰਗਤ ਦੇ ਵਿੱਚ ਆ ਕੇ ਬੈਠਣਾ, ਸੰਗਤ ਨੂੰ ਸਮਝਣਾ, ਇਹ ਵੀ ਕੋਈ ਆਮ ਗੱਲ ਨਹੀਂ। ਅੱਜ ਦੇ ਸ਼ਬਦ ਦੇ ਵਿੱਚ ਜਿਹੜੀ ਗੁਰੂ ਸਾਹਿਬ ਜੀ ਨੇ ਗੱਲ ਕੀਤੀ ਹੈ ਨਾ, ਪ੍ਰਵਾਨ ਹੋਣ ਦੀ ਗੱਲ ਕੀਤੀ ਆ। ਵਾਹਿਗੁਰੂ ਦੇ ਘਰ ਪ੍ਰਵਾਨ ਹੋਣ ਦੀ ਮਤਲਬ ਸੱਚਖੰਡ ਜਾਣ ਦੀ। ਕਿਸ ਦੇ ਨਾਲ? ਸਿਮਰਨ ਦੇ ਨਾਲ। ਅੱਜ ਗੁਰੂ ਸਾਹਿਬ ਜੀ ਨੇ ਜਿਹੜੀ ਸਾਨੂੰ 52 ਅੱਖਰੀ ਬਾਣੀ ਜੋ ਚੱਲ ਰਹੀ ਹੈ, ਲੜੀਵਾਰ ਵਿਚਾਰ ਜੋ ਬਖਸ਼ ਰਹੇ ਨੇ, ਉਸ ਦੇ ਤਹਿਤ 252 ਅੰਕ ਤੇ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਅੱਜ ਸ਼ਬਦ ਬਖਸ਼ਿਆ ਹੈ ਨਾ, ਉਸ ਦੇ ਵਿੱਚ ਪਹਿਲਾਂ ਇੱਕ ਸ਼ਲੋਕ ਆ ਤੇ ਉਸ ਤੋਂ ਉਪਰੰਤ ਪੌੜੀ ਆ। 13ਵੀਂ ਪੌੜੀ ਦੇ ਵਿਚਾਰ ਗੁਰੂ ਸਾਹਿਬ ਜੀ ਦੇਣ ਜਾ ਰਹੇ ਨੇ। ਗੁਰੂ ਸਾਹਿਬ ਜੀ ਹਰ ਅੱਖਰ ਦੇ ਨਾਲ ਸਾਨੂੰ ਆਪਣੀ ਬਖਸ਼ਿਸ਼ ਦੇ ਰਹੇ ਆ, ਆਪਣਾ ਗਿਆਨ ਬਖਸ਼ ਰਹੇ ਆ, ਸਿੱਖਿਆ ਬਖਸ਼ ਰਹੇ ਆ। ਅੱਜ ਦੇ ਸ਼ਬਦ ਦੇ ਵਿੱਚ ਜਿਹੜੀ ਗੁਰੂ ਸਾਹਿਬ ਜੀ ਸਾਨੂੰ ਸਿੱਖਿਆ ਦੇ ਰਹੇ ਆ, ਉਹ ਕੀ ਆ? ਕੀ ਸਮਝਾ ਰਹੇ ਆ ਕਿ ਪੁੱਤਰ ਤੇਰਾ ਆਇਆ ਤਾਂ ਹੀ ਪ੍ਰਵਾਨ ਆ ਜੇ ਤੂੰ ਸਿਮਰਨ ਕਰੇਗਾ। ਅੰਮ੍ਰਿਤ ਰਸ ਦੀ ਗੱਲ ਕੀਤੀ ਆ। ਜਿਨ੍ਹਾਂ ਨੂੰ ਸਿਮਰਨ ਕਰਕੇ ਅੰਮ੍ਰਿਤ ਰਸ ਆਉਂਦਾ, ਉਹ ਪ੍ਰਵਾਨ ਹੁੰਦੇ ਆ। ਜਿਸ ਨੂੰ ਅੰਮ੍ਰਿਤ ਰਸ ਆ ਗਿਆ, ਉਹ ਮੰਨ ਲਓ ਕਿ ਪ੍ਰਵਾਨ ਹੋ ਗਿਆ। ਤੇ ਜਿਹੜਾ ਪ੍ਰਵਾਨ ਹੋ ਗਿਆ, ਗੁਰੂ ਸਾਹਿਬ ਜੀ ਕਹਿੰਦੇ ਉਹ ਧੰਨ ਆ, ਉਹ ਵਾਹਿਗੁਰੂ ਦੇ ਜਨ ਧੰਨ ਆ। ਸੋ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ, ਕੀ ਕਰਨ ਆਏ ਆ? ਸਿਮਰਨ ਕਰਨ ਆਏ ਆ। ਸਾਨੂੰ ਅੰਮ੍ਰਿਤ ਰਸ ਆ ਜਾਏ ਤੇ ਅਸੀਂ ਪ੍ਰਵਾਨ ਹੋ ਜਾਈਏ। ਸਾਡਾ ਕੋਈ ਜਿਹੜਾ ਅਸੀਂ ਜੋ ਸੋਚ ਕੇ ਆਏ ਆ, ਜੋ ਅਸੀਂ ਗੁਰੂ ਸਾਹਿਬ ਜੀ ਤੋਂ ਲੈਣ ਆਏ ਆ, ਉਹ ਕੋਈ ਆਮ ਗੱਲ ਤਾਂ ਹੈਗੀ ਨਹੀਂ। ਪਰ ਉਸ ਦੇ ਵਾਸਤੇ ਜੋ ਕਰਨਾ ਪੈਣਾ ਆ, ਜੋ ਸਾਨੂੰ ਮਿਹਨਤ ਕਰਨੀ ਪੈਣੀ ਆ, ਜੋ ਸੰਗਤ ਦੇ ਵਿੱਚ ਬੈਠ ਕੇ ਜਿਵੇਂ ਬੈਠਣਾ ਪੈਣਾ ਆ, ਸ਼ਾਇਦ ਸਾਨੂੰ ਉਹ ਅਜੇ ਸਮਝ ਨਹੀਂ ਹੈਗੀ ਕਿ ਕਿਵੇਂ ਸੰਗਤ ਦੇ ਵਿੱਚ ਬੈਠਣਾ ਆ, ਵਿਚਰਨਾ ਆ। ਉਹ ਸਾਰੀ ਸਾਨੂੰ ਅਜੇ ਸਭ ਗੱਲਾਂ ਦੀ ਸਮਝ ਨਹੀਂ ਹੈਗੀ। ਅਸੀਂ ਜਿਹੜੀ ਜਗ੍ਹਾ ਤੇ ਆਏ ਆ ਉਹ ਆਮ ਨਹੀਂ ਹੈਗੀ, ਇਸ ਗੱਲ ਦੀ ਅਸੀਂ ਵਿਚਾਰ ਕਰ ਚੁੱਕੇ ਆ। ਪਰ ਜੇ ਅਸੀਂ ਇੱਥੇ ਵੀ ਆ ਕੇ ਆਮ ਹੀ ਕੰਮ ਕਰ ਰਹੇ, ਆਮ ਤੋਂ ਵੀ ਗਲਤ ਕੰਮ ਕਰ ਰਹੇ ਆ, ਜੇ ਕੋਈ ਨਿੰਦਿਆ ਚੁਗਲੀ ਕਰ ਰਹੇ ਆ ਜਾਂ ਕੁਛ ਵੀ ਐਵੇਂ ਦਾ ਕਰ ਰਹੇ ਆ, ਤੇ ਉਹ ਸਾਡਾ ਕਿੱਥੇ ਪ੍ਰਵਾਨ ਹੋਊਗਾ ਤੇ ਉਸ ਦਾ ਸਾਨੂੰ ਅੱਗੇ ਕੀ ਮਿਲੂਗਾ? ਆਪਾਂ ਕਹਿੰਦੇ ਆ ਨਾ ਕਿ ਸੰਗਤ ਦੇ ਵਿੱਚ ਆ ਕੇ, ਬਹੁਤ ਚਿਰ ਹੋ ਗਿਆ, ਮੈਂ ਇੱਕ ਕਥਾ ਸੁਣੀ ਸੀ 1 ਸਾਲ ਪਹਿਲਾਂ। ਉਸ ਦੇ ਵਿੱਚ ਗੁਰੂ ਸਾਹਿਬ ਜੀ ਨੇ ਗੱਲ ਸਮਝਾਈ ਸੀ ਕਿ ਸੰਗਤ ਦੇ ਵਿੱਚ ਆ ਕੇ ਜੇ ਅਸੀਂ ਇੱਕ ਗਿਲਾਸ ਚੁੱਕ ਕੇ ਵੀ ਇੱਧਰ ਦਾ ਉੱਧਰ ਰੱਖ ਦਈਏ, ਗੁਰੂ ਸਾਹਿਬ ਜੀ ਉਸ ਦਾ ਵੀ ਸਾਨੂੰ ਫਲ ਦਿੰਦੇ ਆ, ਉਸ ਦੀ ਵੀ ਬਖਸ਼ਿਸ਼ ਦਿੰਦੇ, ਉਸ ਦੇ ਬਦਲੇ ਵੀ। ਪਰ ਜੇ ਅਸੀਂ ਸੰਗਤ ਦੇ ਵਿੱਚ ਆ ਕੇ
ਇੱਕ ਵੀ ਗੱਲ ਇੱਧਰ ਦੀ ਉੱਧਰ ਕਰ ਦਿੱਤੀ ਕਿ ਉਸ ਦਾ ਫਲ ਨਹੀਂ ਮਿਲੂਗਾ ਸਾਨੂੰ। ਜਿਹੜੀ ਸੇਵਾ ਕੀਤੀ ਉਸ ਦੀ ਬਖਸ਼ਿਸ਼ ਤਾਂ ਮਿਲ ਗਈ, ਜੋ ਗਲਤੀ ਕੀਤੀ ਆ ਕੇ ਉਸ ਦਾ ਸਾਨੂੰ ਕੀ ਮਿਲੂਗਾ। ਸ਼ਾਇਦ ਇਹੀ ਸਾਡੇ 'ਚ ਘਾਟ ਆ, ਅਸੀਂ ਕੁਝ ਬੋਲਣ ਲੱਗੇ ਨਹੀਂ ਸੋਚਦੇ, ਅਸੀਂ ਕੁਝ ਕਰਨ ਲੱਗੇ ਨਹੀਂ ਸੋਚਦੇ ਕਿ ਸੰਗਤ ਦੇ ਵਿੱਚ ਬੈਠੇ ਆ, ਸੰਗਤ ਦੇ ਵਿੱਚ ਬੈਠ ਕੇ ਅਸੀਂ ਕੀ ਕਰਨਾ ਹੈ, ਕਿਵੇਂ ਕਰਨਾ ਹੈ। ਇਹ ਜਗ੍ਹਾ ਆਮ ਨਹੀਂ ਹੈਗੀ। ਜੇ ਅਸੀਂ ਇੱਥੇ ਸੇਵਾ ਭਗਤੀ ਕਰ ਰਹੇ ਹਾਂ, ਬੜੇ ਚਾਅ ਦੇ ਨਾਲ ਕਰ ਰਹੇ ਹਾਂ ਕਿ ਸਾਨੂੰ ਇਸ ਦੇ ਬਦਲੇ ਬਖਸ਼ਿਸ਼ਾਂ ਮਿਲਣਗੀਆਂ, ਤੇ ਜੋ ਅਸੀਂ ਬਾਕੀ ਸਭ ਕੁਝ ਕਰ ਰਹੇ ਹਾਂ, ਗਲਤੀਆਂ ਕਰ ਰਹੇ ਹਾਂ, ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਕੋਈ ਗਲਤੀ ਕਰ ਰਹੇ ਹਾਂ, ਕੁਝ ਗਲਤ ਬੋਲ ਰਹੇ ਹਾਂ, ਕੋਈ ਗਲਤ ਕੰਮ ਕਰ ਰਹੇ ਹਾਂ। ਜੇ ਉਹ ਕਰ ਰਹੇ ਹਾਂ, ਇਹ ਨਹੀਂ ਸੋਚਿਆ ਕਿ ਉਸ ਦਾ ਵੀ ਫਲ ਮਿਲਣਾ ਆ। ਹੁਣ ਕਦੀ ਕਦੀ ਸਾਡੀਆਂ ਗਲਤੀਆਂ ਇੰਨੀਆਂ ਵੱਡੀਆਂ ਹੋ ਜਾਂਦੀਆਂ ਸੰਗਤ ਦੇ ਵਿੱਚ ਆ ਕੇ, ਗੁਰੂ ਸਾਹਿਬ ਜੀ ਇੱਕ ਦਿਨ ਸੰਗਤ ਖੋਹ ਲੈਂਦੇ ਆ। ਫਿਰ ਸਾਨੂੰ ਉਹਦਾ ਵੀ ਪਤਾ ਨਹੀਂ ਲੱਗਦਾ ਕਿ ਸਾਡੇ ਕੋਲੋਂ ਸੰਗਤ ਗੁਰੂ ਸਾਹਿਬ ਜੀ ਨੇ ਵਾਪਸ ਲੈ ਲਈ ਹੈ, ਤੇ ਕਿਉਂ ਲਈ ਆ। ਉਸ ਦਾ ਇੱਕ ਹੀ ਰੀਜ਼ਨ ਹੁੰਦਾ ਕਿ ਅਸੀਂ ਪਹਿਲਾਂ ਕੋਈ ਗਲਤੀ ਕੀਤੀ ਹੋਊਗੀ, ਸੰਗਤ ਦੇ ਵਿੱਚ ਜਾ ਕੇ ਕੁਝ ਗਲਤ ਕੀਤਾ ਹੋਊਗਾ, ਸਾਡੀ ਗਲਤੀ ਆ ਤੇ ਗੁਰੂ ਸਾਹਿਬ ਜੀ ਨੇ ਇਹ ਚੀਜ਼ ਖੋਈ ਆ ਸਾਡੇ ਤੋਂ। ਸੋ ਆਪਾਂ ਜਿਵੇਂ ਕੱਲ ਵੀ ਪਰਸੋਂ ਵੀ ਵਿਚਾਰ ਹੋਈ ਆ ਸੰਗਤ ਦੀ ਮਹਾਨਤਾ ਦੀ, ਸੰਗਤ ਵਿੱਚ ਆ ਕੇ ਸਿਰਫ ਸਿਮਰਨ ਕਰਨ ਦੀ, ਇਹ ਗੱਲ ਬਹੁਤ ਉੱਚੀ ਆ, ਬਹੁਤ ਉੱਚੀ। ਸੋ ਅਸੀਂ ਸਭ ਨੇ ਇਹ ਆਪਣੇ ਵਾਸਤੇ ਹੀ ਕਰਨਾ ਆ, ਕਿਉਂਕਿ ਅਸੀਂ ਸਭ ਨੇ ਆਪਣੇ ਲਈ ਕਿਰਪਾ ਲੈਣੀ ਹੈ ਨਾ, ਕਿਸੇ ਦੂਜੇ ਨੂੰ ਤਾਂ ਲੈ ਕੇ ਦੇ ਨਹੀਂ ਦੇਣੀ। ਹੁਣ ਆਪਾਂ ਸਾਰੇ ਆਏ ਆਪਣੇ ਵਾਸਤੇ ਹੀ ਲੈਣ ਆਏ ਆ ਨਾ, ਇਹ ਸੌਦਾ ਸਿਰਫ ਆਪਣੇ ਵਾਸਤੇ ਹੀ ਇਕੱਠਾ ਹੁੰਦਾ ਆ, ਇਹ ਕਿਸੇ ਦੂਜੇ ਨੂੰ ਨਹੀਂ ਦੇ ਸਕਦੇ। ਅਸੀਂ ਇੱਥੇ ਸਿਰਫ ਸਾਡੀ ਆ ਕੇ ਪਰਸਨਲ ਲਾਈਫ ਆ। ਸੋ ਜਦੋਂ ਅਸੀਂ ਇੱਥੇ ਆਉਂਦੇ ਆ, ਇੱਥੇ ਆ ਕੇ ਵੀ ਸਿਰਫ ਸਾਨੂੰ ਆਪਣੇ ਵੱਲ ਹੀ ਧਿਆਨ ਦੇਣਾ ਪੈਣਾ ਆ। ਆਪਣੇ ਸਾਡੇ ਅੰਦਰ ਅਨੇਕਾਂ ਔਗੁਣ ਆ, ਮੇਰੇ ਅੰਦਰ ਵੀ ਬਹੁਤ ਆ। ਮੈਂ ਜਾ ਕੇ ਚਰਨ ਧੂੜ ਦੇ ਵਿੱਚ ਬੈਠਾ ਗੁਰੂ ਸਾਹਿਬ ਜੀ ਨੂੰ ਅਰਦਾਸ ਕਰਾਂ, ਗੁਰੂ ਸਾਹਿਬ ਜੀ ਖਤਮ ਕਰੋ ਮੇਰੇ ਅੰਦਰੋਂ, ਮਤਲਬ ਗੱਲ ਤਾਂ ਮੇਰੀ ਆ ਨਾ। ਸੋ ਅਸੀਂ ਸੰਗਤ ਦੇ ਵਿੱਚ ਆ ਕੇ ਸਿਰਫ ਗੁਰੂ ਸਾਹਿਬ ਜੀ ਤੋਂ ਆਪਣੇ ਵਾਸਤੇ ਮੰਗਣਾ ਆ, ਦੂਜਿਆਂ ਵਾਸਤੇ ਵੀ ਬਖਸ਼ਿਸ਼ਾਂ ਮੰਗੋ, ਪਰ ਸਭ ਤੋਂ ਪਹਿਲਾਂ ਅਸੀਂ ਆਪਣੇ ਤੇ ਧਿਆਨ ਦੇਈਏ, ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰਨ। ਅੱਗੇ ਜਿਹੜੀ ਪ੍ਰਵਾਨ ਹੋਣ ਦੀ ਗੱਲ ਆ, ਅੰਮ੍ਰਿਤ ਰਸ ਦੀ ਗੱਲ, ਉਹ ਤਾਂ ਬਹੁਤ ਉੱਚੀ ਆ, ਬਹੁਤ ਉੱਚੀ, ਉਸਨੂੰ ਤਾਂ ਫਿਰ ਅਸੀਂ ਸਮਝ ਵੀ ਨਹੀਂ ਸਕਦੇ। ਸੋ ਅੱਜ ਦੇ ਜਿਹੜੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਗੱਲ ਕਰ ਰਹੇ ਆ, ਆਤਮ ਰਸ ਜਹ ਜਾਣਿਆ ਹਰ ਰੰਗ ਸਹਜੇ ਮਾਨ। ਗੁਰੂ ਸਾਹਿਬ ਜੀ ਗੱਲ ਕਰ ਰਹੇ ਆ, ਸ਼ੁਰੂਆਤ ਹੀ ਸ਼ਬਦ ਦੀ ਸ਼ੁਰੂਆਤ ਹੀ ਅੰਮ੍ਰਿਤ ਰਸ ਤੋਂ ਕਰ ਰਹੇ ਆ ਕਿ ਜਦੋਂ ਸਾਡੀ ਜੀਵਾਤਮਾ, ਸਾਡਾ ਅੰਦਰਲਾ ਵਾਹਿਗੁਰੂ ਇੱਕ ਐਵੇਂ ਦੇ ਲੈਵਲ ਤੇ ਪਹੁੰਚ ਜਾਂਦਾ ਜਿੱਥੇ ਉਸਦੀ ਆਤਮਾ ਵਾਹਿਗੁਰੂ ਦੇ ਨਾਮ ਦੇ ਵਿੱਚੋਂ ਰਸ ਲੈਂਦੀ ਆ। ਸਾਨੂੰ ਆ ਰਿਹਾ ਸਭ ਨੂੰ ਰਸ, ਸੰਗਤ ਦੇ ਵਿੱਚ ਬੈਠੇ ਆ, ਸਿਮਰਨ ਵੀ ਗੁਰੂ ਸਾਹਿਬ ਜੀ ਕਰਵਾ ਰਹੇ ਆ। ਸੋ ਸਾਨੂੰ ਵਾਹਿਗੁਰੂ ਕਰਦੇ ਆ, ਰਸ ਆ ਰਿਹਾ ਹੈ ਵਿੱਚੋਂ, ਸਾਡੀ ਆਤਮਾ ਇਹਦੇ ਵਿੱਚੋਂ ਆਨੰਦ ਲੈ ਰਹੀ ਆ, ਇਸ ਨੂੰ ਅੰਮ੍ਰਿਤ ਰਸ ਆ ਰਿਹਾ ਆ। ਵਾਹਿਗੁਰੂ ਬੋਲਦੇ ਆ ਤੇ ਨਾਲ ਉਹ ਰਸ ਵੀ ਚੱਖ ਰਹੇ ਆ, ਜਿਹੜੀ ਰਸ ਦੀ ਗੱਲ ਗੁਰੂ ਸਾਹਿਬ ਜੀ ਕਰ ਰਹੇ ਆ। ਗੁਰੂ ਸਾਹਿਬ ਜੀ ਕਹਿ ਰਹੇ ਆ, ਆਤਮ ਰਸ ਜਹ ਜਾਣਿਆ, ਜਿਨ੍ਹਾਂ ਨੇ ਇਹ ਅੰਮ੍ਰਿਤ ਰਸ ਨੂੰ ਜਾਣਿਆ ਆ, ਹਰ ਰੰਗ ਸਹਜੇ ਮਾਣ, ਤੇ ਜਿਨ੍ਹਾਂ ਨੇ ਬਹੁਤ ਸਹਿਜ ਦੇ ਵਿੱਚ ਟਿਕ ਕੇ ਆਪਣਾ ਸੁਭਾਅ ਗੁਰੂ ਨਾਨਕ ਵਰਗਾ ਬਣਾ ਕੇ ਹਰ ਰੰਗ ਸਹਜੇ ਮਾਣ ਤੇ ਵਾਹਿਗੁਰੂ ਦਾ ਰੰਗ ਮਾਣਿਆ ਹੈ, ਸਹਿਜ ਦੇ ਵਿੱਚ ਟਿਕ ਕੇ ਵਾਹਿਗੁਰੂ ਦਾ ਆਨੰਦ ਰੰਗ ਮਾਣਨਾ ਕੀ ਆ? ਸਿਮਰਨ ਕਰਨਾ, ਸਿਮਰਨ ਦੇ ਵਿੱਚੋਂ ਸਾਨੂੰ ਬਖਸ਼ਿਸ਼ਾਂ ਮਿਲਣ, ਉਹ ਹੁੰਦਾ ਹੈ ਅਸਲੀ ਰੰਗ। ਅਸੀਂ ਜੇ ਸਿਮਰਨ ਕਰ ਰਹੇ ਹਾਂ, ਸਾਨੂੰ ਪ੍ਰਕਾਸ਼ ਹੋ ਰਿਹਾ ਹੋਏ, ਸਾਨੂੰ ਗੁਰੂ ਸਾਹਿਬ ਜੀ ਵੈਰਾਗ ਬਖਸ਼ ਰਹੇ ਹੋਣ, ਸਾਨੂੰ ਅੰਮ੍ਰਿਤ ਰਸ ਬਖਸ਼ ਰਹੇ ਹੋਣ, ਸਾਨੂੰ ਦਰਸ਼ਨ ਹੋਏ ਹੋਣ ਸਿਮਰਨ ਕਰਦਿਆਂ, ਅਸੀਂ ਸੱਚਖੰਡ ਗਏ ਹੋਈਏ, ਉਹ ਹੁੰਦਾ ਆ ਅਸਲੀ ਰੰਗ। ਤੇ ਇਹ ਕਿਵੇਂ ਮਿਲਦਾ ਆ? ਸਹਿਜ ਦੇ ਵਿੱਚ ਟਿਕ ਕੇ। ਜਦੋਂ ਅਸੀਂ ਸਿਮਰਨ ਕਰਦੇ ਆ ਨਾ, ਸਿਮਰਨ ਕਰਦੇ ਜਾਂਦੇ ਆ, ਵਾਹਿਗੁਰੂ ਕਰਦੇ ਜਾਂਦੇ ਆ, ਤੇ ਇਹਦੇ ਲਈ ਸਾਨੂੰ ਕੋਈ ਜ਼ੋਰ ਨਹੀਂ ਲਗਾਉਣਾ ਪੈਂਦਾ ਕਿ ਸਾਨੂੰ ਕੋਈ ਬਖਸ਼ਿਸ਼ ਲੈਣੀ, ਅਸੀਂ ਬਖਸ਼ਿਸ਼ ਲੈਣੀ ਹੈ ਤੇ ਕੁਝ ਵੱਖਰਾ ਕਰਨਾ ਪਊਗਾ। ਨਹੀਂ, ਬਸ ਸਿਮਰਨ ਕਰਦੇ ਰਹੋ, ਸਹਿਜੇ ਹੀ ਗੁਰੂ ਸਾਹਿਬ ਜੀ ਨੇ ਅੰਦਰੋਂ ਸਾਨੂੰ ਇਹ ਬਖਸ਼ਿਸ਼ਾਂ ਦੇ ਦੇਣੀਆਂ ਹੈ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਵਾਹਿਗੁਰੂ ਦੇ ਨਾਮ ਦੇ ਵਿੱਚੋਂ ਜਿਹੜਾ ਸਾਨੂੰ ਰੰਗ ਲੈਣ ਦੀ ਜਿਹੜੀ ਗੱਲ ਕਰ ਰਹੇ। ਹੋਰ ਗੁਰੂ ਸਾਹਿਬ ਜੀ ਨੇ ਸਾਨੂੰ ਸਾਡੇ ਤੇ ਕੋਈ ਰੰਗ ਤੇ ਨਹੀਂ ਚੜਾ ਦੇਣਾ,
सानू पीले हरे च नहीं कर देना, नहीं, सानू बख्शिशां देनियां है कि साडे जीवन दे विचों भी पता लगे कि हाँ मैं कुछ लिया आ। हुण किसी कपड़े नूं रंग चढ़ाया जाए तो पता लगदा है ना देखण दे विच कि हाँ इसनूं ये रंग चढ़िया होया है, वो देख के पता लग जाता कि इसका ये रंग है, इसनूं ये रंग चढ़ाया होया है। तो साडे जीवन दे विचों किवें पता लगूगा कि असीं वाहिगुरू दे रंग दे विच हैं। गुरु साहब जी कहते हैं ना, भगतां की चाल निराली, चालां निराली भगतां केरी, बिखम मार्ग चलना। भगतां दी चाल ही अलग हुंदी है, सब तो अलग। उन्हां दे जीवन दे विचों ही पता लगदा है, उन्हां दे चलन फिरन दे विचों, खाण पीण दे विचों, हर काम दे विचों, बोलन दे तरीके दे विचों, रहन सहन दे तरीके दे विचों, ओ भगतां दी झलक उन्हां दे जीवन दे विचों पैंदी है। हुण जिहड़ी अमृत रस की गुरु साहब जी ने गल कीती है, जिसनों अमृत रस आ रहा होए ना, उसका भी अपने आप ही पता चल जाता है। उन्होंने बहुता कुछ खाना पीना नहीं पसंद हुंदा, बहुता बोलना पसंद नहीं है उसनों। जिवें भगत रहिंदे हैं ना, भगतां की चाल निराली, बस उसकी भी उही चाल बन जाती है। उसकी उठनी बैठनी, बोलन का तरीका, जिहड़े उसने लफ्ज बोलने आ, वो कुछ ही लफ्ज बोलूगा पर होणगे वो सिर्फ वाहिगुरू वास्ते ते वाहिगुरू दे ही, फालतू नहीं बोलूगा वो कुछ भी। ते असी बोलन लगे देखते ही नहीं, सोचते ही नहीं, समझते ही नहीं कि संगत दे विच बैठ के की कुछ बोल रहे हैं। असी बाणी दी विचार इसे करके तो गुरु साहब जी सानू बख्शदे आ, इसे करके तो बाणी दी विचार गुरु साहब जी सानू नाल दी नाल दिंदे आ कि जे गुरु साहब जी ने लियांदा आ, सानू इन्नी उच्ची जगह ते लियांदा आ, असी इत्थे बैठ के कुछ लैके जाइए, सिर्फ गलतियां दा करके इथों गवा के ना चले जाइए। गुरु साहब जी नाल नाल सानू गाइड करदे आ। अमृत रस की गुरु साहब जी गल कर रहे हैं। अमृत रस जिन्हां नूं आंदा आ उन्हां दा रंग ही अलग हुंदा आ, क्योंकि गुरु साहब जी उन्होंने अंदरों वाहिगुरू वर्गा बना देंदे आ। अमृत रस तो अगे सीधा सचखंड आ। जिस दिन असी अमृत छकदे आ उस दिन साडी इस घर दे विच एडमिशन हुंदी है, ते जिस दिन सानू अमृत रस आ जांदा है उस दिन असी परवान हो जांदे, साडा सिलेबस खत्म हो जांदा है। उस दिन ये मान लो कि असी पास हो गए हैं वाहिगुरू दे टैसट दे विचों, असी हुण सचखंड बैठन दे लायक हो गए हैं। नानक तन 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 जन आए ते परवान। गुरु साहब जी कहते हे नानक, जेड़े ओ जाने आ जिन्हां नूं अमृत रस आ रहा है, बहुत सहज दे विच टिके हुए आ, वाहिगुरू दे नाम दा रंग मान रहे आ, गुरु साहब जी कहते ओ जन धन आ ओ जन, ओ इस दुनिया ते आए परवान हो गए आ, जिन्हां नूं गुरु साहब जी ने संगत दे विच बैठा के अपना नाम जपा के उस दे विचों अमृत रस बख्श दिता। वो जन धन आ क्योंकि वो परवान हो गए आ। हुण जे सानू अमृत रस आ गया, इसका मतलब कि असी संगत दे विच आए हैं ते बख्शिशां लैके जा रहे हैं। बहुत बख्शिशां दित्तियां गुरु साहब जी ने, ते असी अपना सिलेबस पूरा कर चुके हैं। असी वाहिगुरू दे घर दे विच परवान हो गए हैं। गुरु साहब जी ने सानू गल दे नाल लगा लिया आ। जे सानू अजे अमृत रस नहीं आया, क्यों नहीं आया? क्योंकि असी उसते अजे लायक होए नहीं आ। क्यों नहीं होए? गलतियां करते होवांगे, सानू उवें बैठना ही नहीं आया होगा, उसकी विचार भी असी करनी है ना। सानू अमृत रस नहीं आया। जिहड़ियां बख्शिशां दी गुरु साहब जी ने बाणी दी विचार दे विच गल कीती सी, मैनू वो मिली नहीं है। क्यों नहीं मिली? बैठना भी गुरु साहब जी ने सिखाया सी, रहना भी सिखाया सी, सो मेरे कोलों उवें रहा नहीं गया होगा। गुरु साहब जी ने तो उन्होंने धन किया आ, 3 वारी धन किया आ कि वह जन धन आ, वो वाहिगुरू ते जन धन आ कि वह परवान हो गए आ जिन्हां नूं अमृत रस आ गया आ। सो वो रस जिथे असी बैठे हैं ना, इत्थों ही मिलना आ। आना तो अंदरों आ, पर जिहड़ी जगह ते गुरु साहब जी ने सानू बैठाया है ना, इस जगह ते उस अमृत रस के भंडारे भरे हुए ने। यही एक जगह आ, यही एक
इस ਵਪਾਰ ਦੀ ਜਗ੍ਹਾ ਆ, ਇਹੀ ਅੰਮ੍ਰਿਤ ਰਸ ਦੀ ਦੁਕਾਨ ਆ ਜਿੱਥੇ ਅਸੀਂ ਬੈਠੇ ਹਾਂ। ਸੋ ਅਸੀਂ ਅਰਦਾਸ ਕਰਕੇ ਗੁਰੂ ਸਾਹਿਬ ਜੀ ਕੋਲੋਂ ਆਪਣੀਆਂ ਭੁੱਲਾਂ ਬਖਸ਼ਾ ਕੇ, ਗੁਰੂ ਸਾਹਿਬ ਜੀ ਕੋਲੋਂ ਮਾਫੀ ਮੰਗ ਕੇ, ਗੁਰੂ ਸਾਹਿਬ ਜੀ ਤੋਂ ਸੁਮੱਤ ਲੈ ਕੇ ਅਸੀਂ ਇੱਥੇ ਬੈਠੀਏ, ਵਾਹਿਗੁਰੂ ਦਾ ਨਾਮ ਜਪੀਏ। ਸੋ ਗੁਰੂ ਸਾਹਿਬ ਜੀ ਨੇ ਹੁਣ ਸਾਨੂੰ ਸਿੱਖਿਆ ਦੇਣੀ, ਅੱਗੇ ਵੀ ਅਸੀਂ ਘਰ ਜਾਣਾ ਹੀ ਆ। ਸੰਗਤ ਕਿਹੜਾ, ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਜਿਹੜੀ ਤੁਸੀਂ 3 ਦਿਨ ਸਮਾਗਮ ਦੇ ਵਿੱਚ ਆਏ ਉਹੀ ਸੰਗਤ ਆ। ਘਰੇ ਜਾ ਕੇ ਵੀ ਤਾਂ ਅਸੀਂ ਸਿਮਰਨ ਕਰਨਾ ਹੀ ਆ, ਉੱਥੇ ਜਾ ਕੇ ਵੀ ਤਾਂ ਸੰਗਤ ਕਰਨੀ ਆ। ਸੋ ਇਹ ਸਿੱਖਿਆ ਅਸੀਂ ਉੱਥੋਂ ਵਾਸਤੇ ਵੀ ਲੈ ਜਾਈਏ ਨਾਲ ਹੀ ਆਪਣੇ। ਇਹ ਥੋੜਾ ਨਾ ਕਿ ਹੁਣ ਚਲੋ ਸਮਾਗਮ ਖਤਮ ਹੋ ਗਿਆ ਆ ਤੇ ਹੁਣ ਅਸੀਂ ਇਹ ਚੀਜ਼ ਲੈ ਨਹੀਂ ਸਕਦੇ। ਸਮਾਗਮ ਅਸੀਂ ਪੂਰੀ ਲਾਈਫ ਨੂੰ ਬਣਾਉਣਾ ਆ, ਕਿਉਂਕਿ ਸਾਰੀ ਜ਼ਿੰਦਗੀ ਸਾਨੂੰ ਮਿਲੀ ਹੈ ਵਾਹਿਗੁਰੂ ਨੂੰ ਮਿਲਣ ਲਈ। ਕਿਤੇ ਬਾਣੀ ਦੇ ਵਿੱਚ ਇਹ ਲਿਖਿਆ ਆ ਕਿ ਸ਼ੁਕਰ ਸ਼ਨੀ ਐਤੀ ਬਸ ਤੁਸੀਂ ਰੱਬ ਨੂੰ ਮਿਲਣਾ ਆ, ਬਾਅਦ ਵਿੱਚ ਨਹੀਂ ਮਿਲਣਾ, ਬਾਅਦ ਵਿੱਚ ਤੁਹਾਨੂੰ ਵਾਹਿਗੁਰੂ ਨਹੀਂ ਮਿਲ ਸਕਦਾ। ਸੰਗਤ ਵੀ ਸਦਾ ਹੀ ਕਰਨੀ ਹੈ, ਸਿਰਫ 3 ਦਿਨਾਂ ਦੀ ਸੰਗਤ ਨਹੀਂ ਕਿਤੇ ਵੀ ਕਿਹਾ ਬਾਅਦ ਵਿੱਚ ਅਸੀਂ ਕੋਈ ਸੰਗਤ ਦੇ ਵਿੱਚ ਜਾਵਾਂਗੇ, ਨਹੀਂ। ਸੋ ਅਸੀਂ ਆਪਣੀ ਪੂਰੀ ਲਾਈਫ ਨੂੰ ਇਵੇਂ ਦਾ ਬਣਾਉਣਾ ਆ, ਇਵੇਂ ਦੀ ਸਿੱਖਿਆ ਵਰਗਾ। ਸਾਡੀ ਲਾਈਫ ਆ, ਸਾਨੂੰ ਹੀ ਮਿਲੀ ਆ, ਸਾਡਾ ਹੀ ਸਮਾਂ ਆ। ਅਸੀਂ ਸਿੱਖਿਆ ਲੈ ਕੇ ਇਸ ਨੂੰ ਸੋਹਣਾ ਬਣਾ ਲਵਾਂਗੇ। ਜੇ ਇਹਦੇ ਵਿੱਚ ਬਖਸ਼ਿਸ਼ਾਂ ਲੈ ਲਵਾਂਗੇ, ਕੋਈ ਘਾਟੇ ਵਾਲੀ ਗੱਲ ਆ? ਕੋਈ ਘਾਟੇ ਵਾਲੀ ਗੱਲ ਨਹੀਂ ਹੈਗੀ। ਬਸ ਇੱਕ ਧਿਆਨ ਦੀ ਲੋੜ ਆ। ਕੁਝ ਗੁਰੂ ਸਾਹਿਬ ਜੀ ਨੇ ਸਾਨੂੰ ਕੁਝ ਵੱਖਰਾ ਕਰਨ ਨੂੰ ਨਹੀਂ ਕਿਹਾ, ਕੋਈ ਘਰ-ਬਾਰ ਛੱਡਣ ਨੂੰ ਨਹੀਂ ਕਿਹਾ। ਬਸ ਸਾਨੂੰ ਇੱਕ ਤਰੀਕਾ ਦੱਸਿਆ, ਸਹੀ ਤਰੀਕਾ ਦੱਸਿਆ ਆ, ਜਿਹੜਾ ਅਸੀਂ ਰਹਿ ਰਹੇ ਹਾਂ, ਇੱਕ ਸਹੀ ਢੰਗ ਦੱਸਿਆ ਆ। ਬਸ ਅਸੀਂ ਉਹ ਤਰੀਕੇ ਨੂੰ ਅਪਣਾਉਣਾ ਆ। ਅੰਮ੍ਰਿਤ ਰਸ ਆ ਜਾਊਗਾ ਤੇ ਪ੍ਰਵਾਨ ਹੋ ਜਾਵਾਂਗੇ। ਪੌੜੀ ਆਇਆ ਸਫਲ ਤਾਹੂ ਕੋ ਗਨੀਏ। ਗੁਰੂ ਸਾਹਿਬ ਜੀ ਕਹਿੰਦੇ ਆ ਇਸ ਦੁਨੀਆ ਦੇ ਵਿੱਚ ਆਇਆ ਸਫਲ। ਸਫਲ ਮਤਲਬ ਜਿਹੜਾ ਗੁਰੂ ਸਾਹਿਬ ਜੀ ਕੋਲ ਜਿਹੜਾ ਪ੍ਰਵਾਨ ਹੋ ਗਿਆ। ਆਇਆ ਸਫਲ ਤਾਹੂ ਕੋ ਗਣੀਏ, ਕਹਿੰਦੇ ਉਹਨੂੰ ਹੀ ਗਿਣਿਆ ਜਾ ਸਕਦਾ ਆ। ਇਸ ਦੁਨੀਆ ਦੇ ਵਿੱਚ ਆਇਆ, ਹੁਣ ਦੁਨੀਆ ਦੇ ਵਿੱਚ ਤਾਂ ਸਾਰੇ ਹੀ ਆਏ ਆ। 850 ਕਰੋੜ ਹੁਣ ਆਬਾਦੀ ਹੋ ਚੁੱਕੀ ਆ, ਇੰਨੀ ਦੁਨੀਆ ਆ। ਸੋ ਗੁਰੂ ਸਾਹਿਬ ਜੀ ਕਹਿੰਦੇ ਤੈਨੂੰ ਮੈਂ ਭੇਜਿਆ ਤਾਂ ਸਭ ਨੂੰ ਇੱਕੇ ਕੰਮ ਵਾਸਤੇ, ਪ੍ਰਵਾਨ ਹੋਣ ਲਈ। ਸਭ ਨੂੰ ਮਨੁੱਖਾ ਦੇਹ ਦਿੱਤੀ ਆ ਨਾ ਗੁਰੂ ਸਾਹਿਬ ਜੀ ਨੇ। ਤੇ ਮਨੁੱਖਾ ਦੇਹ ਕਿਉਂ ਦਿੱਤੀ ਆ? ਵਾਹਿਗੁਰੂ ਨੂੰ ਮਿਲਣ ਵਾਸਤੇ ਦਿੱਤੀ ਆ। ਭਈ ਪ੍ਰਾਪਤ ਮਾਨੁਖ ਦੇਹੁਰੀ ਆ, ਗੋਬਿੰਦ ਮਿਲਨ ਕੀਏ ਤੇਰੀ ਬਰੀ ਆ। ਜਿਨ੍ਹਾਂ ਨੂੰ ਇਹ ਦੇਹ ਮਿਲੀ ਸਭ ਦਾ ਇਹੀ ਕੰਮ ਆ। ਕਿਸੇ ਵੀ ਜਾਤ ਦਾ ਆ, ਕਿਸੇ ਵੀ ਜਗ੍ਹਾ ਦਾ ਆ, ਕਿਸੇ ਵੀ ਦੇਸ਼ ਦਾ, ਕਿਤੋਂ ਦਾ ਵੀ ਆ, ਸਭ ਦਾ ਇਹੀ ਕੰਮ ਆ। ਸੋ ਗੱਲ ਲੱਗੇ ਕੀ ਹੈ ਕਿ ਪ੍ਰਵਾਨ ਕਿਹੜਾ ਹੁੰਦਾ ਆ? ਆਇਆ ਸਫਲ ਕਿਸ ਦਾ ਹੁੰਦਾ ਆ? ਉਹ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੁੰਦਾ ਆ। ਉਹੀ ਗੁਰੂ ਸਾਹਿਬ ਜੀ ਇੱਥੇ ਪੌੜੀ ਦੇ ਵਿੱਚ ਗੱਲ ਕਰ ਰਹੇ ਆ। ਆਇਆ ਸਫਲ ਤਾਹੂ ਕੋ ਗਨੀਏ। ਕਿਹੜਾ ਗਿਣਿਆ ਜਾਂਦਾ ਆਇਆ ਹੋਇਆ ਸਫਲ? ਜਾਸ ਰਸਨ ਹਰ ਹਰ ਜਸ ਭਨੀਏ। ਜਿਸ ਨੇ ਵਾਹਿਗੁਰੂ ਦਾ ਜਸ ਕੀਤਾ ਆਪਣੀ ਜ਼ੁਬਾਨ ਦੇ ਨਾਲ। ਜਾਸ ਰਸਨ, ਸਾਨੂੰ ਸਭ ਨੂੰ ਜ਼ੁਬਾਨ ਮਿਲੀ ਆ ਨਾ, ਸਭ ਨੂੰ ਮਿਲੀ ਆ। ਕਿਉਂ ਮਿਲੀ ਆ? ਵਾਹਿਗੁਰੂ ਕਰਨ ਵਾਸਤੇ। ਸਾਰੀ ਦੁਨੀਆ ਨੂੰ ਮਿਲੀ ਆ, ਸਭ ਨੂੰ ਹੀ ਵਾਹਿਗੁਰੂ ਕਰਨ ਵਾਸਤੇ ਮਿਲੀ ਆ ਕਿ ਅਸੀਂ ਇਸ ਜ਼ੁਬਾਨ ਦੇ ਨਾਲ ਵਾਹਿਗੁਰੂ 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 ਕਰਨਾ ਆ, ਸਿਮਰਨ ਕਰਨਾ ਆ। ਜੋ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਆ ਨਾ, ਜੇ ਮਨੁੱਖਾ ਦੇਹ ਗੁਰੂ ਸਾਹਿਬ ਜੀ ਨੇ ਕਿਹਾ ਹੈ ਤੈਨੂੰ ਵਾਹਿਗੁਰੂ ਨੂੰ ਮਿਲਣ ਲਈ ਮਿਲੀ ਆ, ਤੇ ਜਿਹੜੇ ਇਹਦੇ ਬੋਡੀ ਪਾਰਟ ਆ ਇਹਨਾਂ ਦਾ ਕੰਮ ਵੀ ਇਹੀ ਆ ਕਿ ਇਹਨਾਂ ਨੇ ਵਾਹਿਗੁਰੂ ਨੂੰ ਮਿਲਣ ਵਾਸਤੇ ਹੀ ਇਹਨਾਂ ਨੇ ਜੋ ਹਲਚਲ ਕਰਨੀ ਆ, ਜੋ ਵੀ ਇਹਨਾਂ ਨੇ ਕਰਨਾ ਆ, ਉਹ ਵਾਹਿਗੁਰੂ ਦੇ ਰਸਤੇ ਤੇ ਚੱਲਣ ਵਾਸਤੇ ਹੀ ਕਰਨਾ ਆ। ਜੇ ਅੱਖਾਂ ਦੀ ਗੱਲ ਕਰੀਏ ਤੇ ਅੱਖਾਂ ਨੇ ਕੀ? ਸਭ ਦੇ ਵਿੱਚ ਵਾਹਿਗੁਰੂ ਦੇਖਣਾ ਆ, ਗੁਰਬਾਣੀ ਪੜ੍ਹਨੀ ਆ। ਕੰਨਾਂ ਨੇ ਨਿੰਦਿਆ ਚੁਗਲੀ ਸੁਣਨੀ ਹੈ। ਕੰਨਾਂ ਨੇ ਕੀ ਕਰਨਾ ਆ? ਕੰਨਾਂ ਨੇ ਵੀ ਵਾਹਿਗੁਰੂ ਹੀ ਸੁਣਨਾ ਆ। ਉਹ ਅਲੱਗ ਗੱਲ ਆ ਕਿ ਅਸੀਂ ਇਹਨਾਂ ਨੂੰ ਕਿਸੇ ਹੋਰ ਕੰਮ ਦੇ ਵਿੱਚ ਲਾਇਆ ਹੋਇਆ, ਸਾਨੂੰ ਸਹੀ ਢੰਗ ਦਾ ਨਹੀਂ ਪਤਾ ਕਿ ਇਹਨਾਂ ਤੋਂ ਕੰਮ ਕੀ ਲੈਣਾ ਆ। ਪਰ ਜਿਹੜਾ ਕੰਮ ਗੁਰੂ ਸਾਹਿਬ ਜੀ ਨੇ ਕਰਨ ਵਾਸਤੇ ਇਹਨਾਂ ਨੂੰ ਬਣਾਇਆ ਹੋਇਆ ਆ, ਉਹ ਤਾਂ ਸਿਰਫ ਵਾਹਿਗੁਰੂ ਕਰਨਾ ਹੀ ਆ। ਜ਼ੁਬਾਨ ਮਿਲੀ ਆ, ਉਸ ਦੇ ਨਾਲ ਵੀ ਵਾਹਿਗੁਰੂ ਕਰਨਾ ਆ। ਜਾਸ ਰਸਨ ਹਰ ਹਰ ਜਸ ਭਣੀਏ।
कि वाहिगुरू 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 ही करते रहना आ, हर वेले बस करते ही रहना, वाहिगुरू जपते ही रहना आ। क्यों करना आ? कौन करदे? ਜਿਹੜੇ ਕਰਦੇ ਉਹਨਾਂ ਨੂੰ ਕੀ ਮਿਲਦਾ ਆ? आया सफलता हूं को गणिए, कहते ये बंदे ये जीव आए सफले गिने जाते आ, इन्हां नूं गिनिया जाता कि हाँ ये आए सफल आ। क्यों? उन्होंने सिमरन करके की मिलता है? श्लोक दे विच गुरु साहिब जी ने कहा ना, आत्म रस जह जानिया हर रंग सहजे मान, नानक तन 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 जन आए ते परवान। उन्होंने फिर अमृत रस मिल जाता है सिमरन करके, सिमरन करदे करदे अमृत रस आ जाता, सहज दे विच टिक जाते आ, उन्हां दा सुभाव गुरु नानक वर्गा बन जाता है, तो फिर वो सचखंड प्रवान हो जाते हैं। ये आउटपुट मिलती है उन्होंने अपनी जुबान के नाल वाहिगुरू करन दे वास्ते। तो जिन्होंने अमृत रस आया ही नहीं, जिन्होंने सिमरन दे विच रस ही नहीं आया, वो जिन्ना हर 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 रस नाम ना पाया ते भागहीन जमपास, वो फिर नरकां दे विच जांदे आ। गुरु साहिब जी ने किन्नियां क्लीयर गल्लां लिखियां है, किन्ना क्लीयर समझाया सानू सब नू, पर तां भी किते ना किते साडा जिवें कह लो कि इन्ना ध्यान नहीं हैगा, जां अजे साडी सियाणप हैगी है ना विच हामी हैगी आ कि नहीं इन्ना क तां मैं करना आ, इन्नियां क गल्लां करनियां तां मेरियां बनदियां आ। वो आदत है, आदत तो मजबूर होने की जी कल गल हुई सी, वो बस आदत यही है। सो आदत सानू संगत तो दूर करवा दिंदियां ने, किसी दिन साडियां आदतां सानू इन्ना मजबूर कर दिंदियां ने कि सानू संगत तो भी दूर कर दिंदियां ने। की मिले आदतां दे विचों? कुछ भी नहीं। तो जे असी गुरु साहिब जी की गल मान लीए, आप ज्यादा तो नहीं कर सकते जिन्ना कि गुरु साहिब जी कह रहे हैं, इन्ना की मन लीए। जे ये भी नहीं मनना तो कम से कम चुप ही रह लीए। जे वाहिगुरू नहीं हुंदा तो गलत भी ना बोलीए, गलत काम भी ना कोई करिए, कोई गलती भी ना करिए। बख्शिश लैनी है तो सिर्फ बख्शिश ही लईए। जे वो भी अजे इन्नी अकल नहीं हैगी सानू बख्शिश लैन दी, तो आपां इथों कुछ होर भी ना लैके जाइए कि जिस दे नाल सानू बहुत नुकसान होए। अगे गुरु साहिब जी की कहंदे आ, आए बसै साधु कै संगे, जेड़े जीव वाहिगुरू कोल आउंदे आ, सिमरन करते आ, गुरु साहिब जी उन्हां दी जुबान तो आप ही सिमरन करवाते। आए बसै साधु के संगे, उन्हां दी एक होर निशानी आ कि वो गुरु साहिब जी दे नाल ही रहिंदे आ, उन्हां दे नाल हमेशा गुरु साहिब जी रहिंदे आ। सरीरक तौर पर तो चलो गुरु साहिब जी के नाल जुड़ते ही जुड़ते, धन साहिब श्री गुरु ग्रंथ साहिब जी के नाल इन्हां तो दूर नहीं रह सकते हो। प्रकाश वाहिगुरू नूं हमेशा अपने अंग संग मानते आ, हमेशा। जे वाहिगुरू नूं असीं सारे अपने नेड़े समझिए ना कि वाहिगुरू साडे कोल आ, सानू देख रहा आ, जां असीं वाहिगुरू दी निगरानी हेठ आ, तो कभी भी कोई गलती नहीं करांगे असी। सो जे असी गलती कर रहे हैं, कुछ होर कर रहे हैं, इसका मतलब कि वाहिगुरू नूं नेड़े समझे ही नहीं असी। तो कित्थे अमृत रस की गल, कित्थे प्रवान होने की गल। हुण गुरु साहिब जी नूं अपने कोल मनना, गुरु साहिब जी हमेशा मेरे कोल आ, मेरे अंदर आ, मैनू देख रहे, मैनू वाच रहे आ, मैं उन्हां दे अकॉर्डिंग चलना आ। चलिया भी उदों ही जाता है, वैसे नहीं असी चल सकते। जेड़े जीव प्रवान हुंदे आ ना, वो हमेशा वाहिगुरू नूं अपने अंग संग ही मानते आ। वो धन साहिब श्री गुरु ग्रंथ साहिब जी दे कोल ही रहिंदे, इस तो छुट होर किसे अगे नहीं झुकदे, किसे कोल नहीं जांदे। वो वाहिगुरू दी ही संगत करते आ। ये उन्हां दे जीवन का एक सिद्धांत आ जो बहुत वड्डा आ, बहुत वड्डा। किन्ने तां इत्थों ही भटक जाते आ कि जिवें सिर्फ धन साहिब श्री गुरु ग्रंथ साहिब जी के अगे जिहड़े सिर नहीं झुकाते, होर इधर उधर चले जाते आ। अमृत भी छकिया होऊगा, सो समझ ना होने के कारण अगे गलती कर बैठे ना, ते उहदे विचों उन्हां नूं इवें दा घाटा पिया
ਕਿ ਉਹ ਵਾਹਿਗੁਰੂ ਤੋਂ ਦੂਰ ਹੋ ਜਾਂਦੇ, ਸੱਚਖੰਡ ਪ੍ਰਵਾਨ ਨਹੀਂ ਹੁੰਦੇ। ਸੋ ਪ੍ਰਕਾਸ਼ ਵਾਹਿਗੁਰੂ ਨੂੰ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਨੇੜੇ ਮੰਨਣ ਦੀ ਜਿਹੜੀ ਗੱਲ ਆ ਕਿ ਉਹ ਹਮੇਸ਼ਾ ਵਾਹਿਗੁਰੂ ਦੇ ਨੇੜੇ ਰਹਿੰਦੇ ਆ ਤੇ ਵਾਹਿਗੁਰੂ ਉਹਨਾਂ ਦੇ ਨੇੜੇ ਰਹਿੰਦਾ ਆ, ਬਹੁਤ ਉੱਚੀ ਆ, ਬਹੁਤ ਪਿਆਰ ਦੀ ਖੇਡ ਆ, ਬਹੁਤ ਪਿਆਰ ਦੀ। ਇਹ ਗੱਲ ਇਸ ਚੀਜ਼ ਦੀ ਸਮਝ ਉਦੋਂ ਹੀ ਆਉਂਦੀ ਆ ਜਦੋਂ ਸਾਡਾ ਅੰਦਰੋਂ ਗੁਰੂ ਸਾਹਿਬ ਜੀ ਦੇ ਨਾਲ ਬਹੁਤ ਪਿਆਰ ਹੋਏ, ਬਹੁਤ ਪਿਆਰ। ਬਾਣੀ ਦੀ ਵਿਚਾਰ ਜਿਹੜੀ ਅਸੀਂ ਕਰਦੇ ਆ ਨਾ, ਇਸ ਦਾ ਵੀ ਉਦੋਂ ਹੀ ਪ੍ਰੈਕਟੀਕਲ ਹੁੰਦਾ ਆ, ਉਦੋਂ ਹੀ ਪ੍ਰੈਕਟੀਕਲ ਹੁੰਦਾ ਆ ਸਾਰਾ, ਕਿ ਵਾਹਿਗੁਰੂ ਫਿਰ ਸਾਨੂੰ ਨਾਲ ਨਾਲ ਗਾਈਡ ਕਰਦਾ ਆ ਨਾ, ਨਾਲ ਨਾਲ ਸਮਝਾਉਂਦਾ ਆ, ਅੰਦਰੋਂ ਸਾਨੂੰ ਗੁਰੂ ਸਾਹਿਬ ਜੀ ਗਾਈਡ ਕਰਦੇ ਆ, ਜਿਹੜੀ ਬਾਣੀ ਦੀ ਵਿਚਾਰ ਅਸੀਂ ਕੀਤੀ ਹੁੰਦੀ ਆ। ਸੋ ਜਿਨ੍ਹਾਂ ਦੇ ਕੋਲ ਵਾਹਿਗੁਰੂ ਖੜਾ ਹੋਇਆ, ਉਹਨਾਂ ਨੂੰ ਗਾਈਡ ਕਰ ਰਿਹਾ ਹੋਏ, ਉਹਨਾਂ ਨੂੰ ਸਮਝਾ ਰਿਹਾ ਹੋਏ, ਇੱਥੋਂ ਤੱਕ ਕਿ ਉਹਨਾਂ ਨੂੰ ਬੋਲਣਾ, ਚੱਲਣਾ, ਇੱਕ ਕਦਮ ਪੁੱਟਣਾ ਵੀ ਗੁਰੂ ਸਾਹਿਬ ਜੀ ਅੰਦਰੋਂ ਕਿਸੇ ਨੂੰ ਦੱਸ ਰਹੇ ਹੋਣ, ਉਸ ਦਾ ਜੀਵਨ ਕਿੰਨਾ ਉੱਚਾ ਹੋਊਗਾ। ਗੁਰੂ ਸਾਹਿਬ ਜੀ ਨੇ ਐਵੇਂ ਨਹੀਂ ਕਿਹਾ ਭਗਤਾਂ ਕੀ ਚਾਲ ਨਿਰਾਲੀ, ਇਸ ਕਰਕੇ ਹੀ ਨਿਰਾਲੀ ਆ, ਇਹਨਾਂ ਗੱਲਾਂ ਕਰਕੇ ਹੀ ਨਿਰਾਲੀ ਆ। ਅੰਨ ਦਿਨ ਨਾਮ ਤੇ ਆਵੈ ਰੰਗੇ, ਫਿਰ ਉਹ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗੇ ਹੋਏ, ਸਿਮਰਨ ਕਰਦੇ ਹੋਏ, ਅੰਮ੍ਰਿਤ ਰਸ ਦੇ ਵਿੱਚ ਭਿੱਜੇ ਹੋਏ, ਅੰਨ ਦਿਨ ਰਾਤ ਸਿਮਰਨ ਕਰਦੇ ਆ, ਧਿਆਉਂਦੇ ਆ ਵਾਹਿਗੁਰੂ ਨੂੰ, ਰੰਗ ਦੇ ਵਿੱਚ ਰੰਗੇ ਹੋਏ। ਜਿਵੇਂ ਕਿਸੇ ਦਾ ਪੈਸੇ ਦੇ ਨਾਲ ਬਹੁਤ ਪਿਆਰ ਹੋਏ ਨਾ, ਉਹ ਦਿਨ ਰਾਤ ਬਸ ਪੈਸਾ ਪੈਸਾ ਹੀ ਕਰਦਾ ਆ, ਰਾਤ ਨੂੰ ਵੀ ਪੈਸੇ ਦੇ ਹੀ ਸੁਪਨੇ ਆਉਂਦੇ ਆ। ਕਿਉਂ? ਉਸਦਾ ਪਿਆਰ ਆ, ਰੰਗਿਆ ਹੋਇਆ ਹੈ ਨਾ ਪੈਸੇ ਦੇ ਪਿਆਰ ਦੇ ਵਿੱਚ। ਤੇ ਜਿਹੜਾ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗਿਆ ਹੋਏ, ਉਹ ਸੁੱਤਾ ਪਿਆ ਵੀ ਵਾਹਿਗੁਰੂ ਹੀ ਕਰੂਗਾ, ਸੁੱਤਾ ਪਿਆ ਵੀ ਉਹ ਵਾਹਿਗੁਰੂ ਹੀ ਕਰੂਗਾ। ਸਰੀਰਕ ਤੌਰ ਤੇ ਸਾਨੂੰ ਦੇਖਣ ਦੇ ਵਿੱਚ ਲੱਗੂਗਾ ਕਿ ਸੁੱਤਾ ਪਿਆ ਆ, ਪਰ ਅੰਦਰ ਉਸਦੇ ਵਾਹਿਗੁਰੂ ਚੱਲ ਰਿਹਾ ਹੋਊਗਾ। ਦਿਨੇ ਤਾਂ ਉਸਨੇ ਕਰਨਾ ਹੀ ਕਰਨਾ ਆ, ਕੋਈ ਕੰਮ ਕਾਰ ਕਰਦਾ ਵੀ ਜਾਂ ਕੁਛ ਵੀ ਕਰਦਾ ਹੋਏ, ਸਿਮਰਨ ਕਰਦਾ ਹੋਊਗਾ, ਅੰਮ੍ਰਿਤ ਵੇਲਾ ਲਗਾਉਂਦਾ ਹੋਊਗਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸਾਹਿਬ ਜੀ ਕੋਲ ਬੈਠ ਕੇ ਸਿਮਰਨ ਕਰੂਗਾ, ਸੰਗਤ ਦੇ ਵਿੱਚ ਜਾ ਕੇ ਸਿਮਰਨ ਕਰੂਗਾ, ਪੂਰੇ ਦਿਨ ਦੇ ਵਿੱਚ ਵਾਹਿਗੁਰੂ ਨਾਮ ਤੇ ਆਊਗਾ, ਸੌਣ ਸਮੇਂ ਵੀ ਉਹ ਸਿਮਰਨ ਕਰੂਗਾ, ਸਿਮਰਨ ਕਰਦਾ ਉਹ ਲੇਟੂਗਾ। ਸੋ ਸਾਰੀ ਰਾਤ ਉਹ ਸਿਮਰਨ ਦੇ ਵਿੱਚ ਭਿੱਜਿਆ ਰਹੂਗਾ। ਹੁਣ ਜੇ ਅਸੀਂ ਕਹੀਏ ਕਿ ਸਾਡੇ ਕੋਲੋਂ ਤਾਂ ਦਿਨ ਰਾਤ ਸਿਮਰਨ ਹੋ ਹੀ ਨਹੀਂ ਸਕਦਾ, ਹੋ ਸਕਦਾ ਆ, ਹੁੰਦਾ ਆ। ਜਿਹੜੀ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਜੋ ਗੱਲ ਲਿਖ ਦਿੱਤੀ ਨਾ, ਅਸੀਂ ਭਾਵੇਂ ਜਿੰਨੇ ਮਰਜ਼ੀ ਅੱਗੇ ਕੁਐਸਚਨ ਕਰੀਏ ਕਿ ਇਹ ਕਿਵੇਂ ਪੋਸੀਬਲ ਆ, ਦਿਨ ਰਾਤ ਸਿਮਰਨ ਕਰਨਾ। ਦਿਨੇ ਤੇ ਚਲੋ ਮੰਨਿਆ ਕਰ ਸਕਦੇ ਆ, ਪਰ ਰਾਤ ਨੂੰ ਕਿਵੇਂ ਕਰਾਂਗੇ? ਅਸੀਂ ਰਾਤ ਨੂੰ ਤਾਂ ਸੁੱਤੇ ਹੁੰਨੇ ਆ। ਸੋ ਸੌਣਾ ਵੀ ਸਾਡੇ ਵਾਸਤੇ ਜ਼ਰੂਰੀ ਹੈ, ਸਰੀਰ ਨੂੰ ਰੈਸਟ ਦੇਣਾ ਵੀ ਜ਼ਰੂਰੀ ਆ, ਪਰ ਰਾਤ ਨੂੰ ਕਿਵੇਂ ਕਰਾਂਗੇ? ਜਿਸ ਦਾ ਦਿਨੇ ਵੀ ਸਿਮਰਨ ਪੂਰਾ ਹੋਇਆ ਨਾ, ਜਿਸ ਦਿਨ ਸਾਡਾ ਦਿਨੇ ਸਿਮਰਨ ਪੂਰਾ ਹੋਇਆ, ਉਸ ਦਿਨ ਤੋਂ ਸਾਡਾ ਰਾਤ ਨੂੰ ਸਿਮਰਨ ਚੱਲੂਗਾ। ਪਤਾ ਲੱਗੂਗਾ ਕਿ ਹਾਂ ਮੈਂ ਸੁਰਤੀ ਦੇ ਵਿੱਚ ਪਿਆ ਆ। ਜੇ ਚਾਹੁੰਦੇ ਹੋ ਕਿ ਅਸੀਂ ਇਸ ਚੀਜ਼ ਦਾ ਪ੍ਰੈਕਟੀਕਲ ਕਰੀਏ, ਅਸੀਂ ਵੀ ਦਿਨ ਰਾਤ ਸਿਮਰਨ ਕਰਨਾ ਹੈ, 24 ਘੰਟੇ ਸਿਮਰਨ ਕਰਨਾ ਆ, ਸਭ ਤੋਂ ਪਹਿਲਾਂ ਆਪਣਾ ਦਿਨ ਦਾ ਸਿਮਰਨ ਪੂਰਾ ਕਰੀਏ। ਅਸੀਂ ਜਿਸ ਦਿਨ ਦਾ ਸਿਮਰਨ ਸਾਡਾ ਪੂਰਾ ਹੋ ਗਿਆ, ਕਿ ਜਿੰਨਾ ਚਿਰ ਅਸੀਂ ਜਾਗਦੇ ਸੀ ਉਹਨਾਂ ਚਿਰ ਅਸੀਂ ਸਿਮਰਨ ਪੂਰਾ ਕੀਤਾ ਆ, ਜਦੋਂ ਸੌਵੋਗੇ ਨਾ ਉਸ ਦਿਨ ਰਾਤ ਨੂੰ ਸੁੱਤਿਆਂ ਪਿਆ ਹੀ ਤੁਹਾਡਾ ਸਿਮਰਨ ਚੱਲੂਗਾ। ਸਿਮਰਨ ਕਿੰਨੇ ਕਰਨਾ? ਅੰਦਰਲੇ ਵਾਹਿਗੁਰੂ ਨੇ ਹੀ ਕਰਨਾ ਆ। ਸੋ ਸਰੀਰ ਰੈਸਟ ਤੇ ਆ, ਤੇ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ। ਇਸ ਚੀਜ਼ ਦਾ ਗੁਰੂ ਸਾਹਿਬ ਜੀ ਨੇ ਪ੍ਰੈਕਟੀਕਲ ਵੀ ਕਰਵਾਇਆ ਆ। ਜਦੋਂ ਗੁਰੂ ਸਾਹਿਬ ਜੀ ਨੇ ਜ਼ੂਮ ਨਵੀਂ ਸ਼ੁਰੂ ਕਰਵਾਈ ਸੀ ਨਾ, ਤੇ ਗੁਰੂ ਸਾਹਿਬ ਜੀ ਨੇ ਉਦੋਂ ਸੇਵਾ ਦਿੱਤੀ ਸੀ ਜ਼ੂਮ ਤੇ। ਸੋ ਸਾਰਾ ਦਿਨ ਗੁਰੂ ਸਾਹਿਬ ਜੀ ਨੇ ਸਿਮਰਨ ਕਰਵਾਉਣਾ, ਸਿਮਰਨ ਕਰਦੇ ਰਹਿਣਾ। ਪਹਿਲਾਂ ਹੁੰਦਾ ਸੀ ਕਿ ਮਤਲਬ ਦਿਨੇ ਤਾਂ ਚਲੋ ਗੁਰੂ ਸਾਹਿਬ ਜੀ ਕਰਵਾ ਲੈਂਦੇ ਆ, ਪਰ ਰਾਤ ਨੂੰ ਹੁਣ ਕਿਵੇਂ ਕੀਤਾ ਜਾਏ? ਹੌਲੀ ਹੌਲੀ ਕਰਕੇ ਮਹੀਨੇ ਡੇਢ ਮਹੀਨੇ ਦੇ ਵਿੱਚ ਜਦੋਂ ਦਿਨੇ ਗੁਰੂ ਸਾਹਿਬ ਜੀ ਨੇ ਸਿਮਰਨ ਪੂਰਾ ਕਰਵਾ ਲਿਆ, ਫਿਰ ਉਸ ਤੋਂ ਬਾਅਦ ਰਾਤ ਨੂੰ ਵੀ ਸੁੱਤਿਆਂ ਪਿਆ ਗੁਰੂ ਸਾਹਿਬ ਜੀ ਨੇ ਸੁਰਤੀ ਦੇ ਵਿੱਚ ਹੀ ਕਰਵਾਉਂਦੇ ਰਹਿਣਾ। ਜਿਵੇਂ ਦਿਨੇ ਕਰਨਾ, ਫੋਨ ਤੇ ਐਵੇਂ ਹੈੱਡਫੋਨ ਲਗਾ ਕੇ ਸੰਗਤ ਦੇ ਵਿੱਚ ਜ਼ੂਮ ਤੇ ਸਿਮਰਨ ਕਰਦੇ ਰਹਿਣਾ। ਰਾਤ ਨੂੰ ਵੀ ਗੁਰੂ ਸਾਹਿਬ ਜੀ ਨੇ ਸੁਰਤੀ ਦੇ ਵਿੱਚ ਹੀ ਕਰਵਾਉਂਦੇ ਰਹਿਣਾ। ਪੂਰੀ ਸੁਰਤ ਦੇ ਵਿੱਚ ਹੋਣਾ, ਪੂਰਾ ਪਤਾ ਹੋਣਾ ਕਿ ਹਾਂ ਮੈਂ ਸਿਮਰਨ ਕਰ ਰਹੀ ਹਾਂ।
ਮੇਰੇ ਸਭ ਤੋਂ ਵੱਡਾ ਸਵਾਲ ਜਿਵੇਂ ਮੇਰੇ ਅੰਦਰ ਹੀ ਹੁੰਦਾ ਸੀ ਕਿ ਨਹੀਂ, ਰਾਤ ਨੂੰ ਸਿਮਰਨ ਨਹੀਂ ਹੋ ਸਕਦਾ, ਇਹ ਚੀਜ਼ ਇੰਪੋਸੀਬਲ ਆ। ਪਰ ਗੁਰੂ ਸਾਹਿਬ ਜੀ ਨੇ ਉਦੋਂ ਤੋਂ ਸਮਝਾਇਆ ਆ, ਬਹੁਤ ਸੋਹਣਾ ਸਮਝਾਇਆ ਗੁਰੂ ਸਾਹਿਬ ਜੀ ਨੇ ਕਿ ਨਹੀਂ, ਇਹ ਚੀਜ਼ ਇੰਪੋਸੀਬਲ ਨਹੀਂ ਹੈਗੀ, ਹੋ ਸਕਦੀ ਆ। ਪਰ ਜੇ ਮੇਰਾ ਅਜੇ ਰਾਤ ਨੂੰ ਨਹੀਂ ਹੋ ਰਿਹਾ, ਮੈਂ ਇਸ ਤੋਂ ਇਹ ਸਮਝ ਲਾਂ ਕਿ ਮੇਰਾ ਦਿਨੇ ਵੀ ਨਹੀਂ ਪੂਰਾ ਹੈਗਾ, ਉਸ ਦੇ ਵਾਸਤੇ ਮੈਂ ਗੁਰੂ ਸਾਹਿਬ ਜੀ ਨੂੰ ਬਲੇਮ ਕਰਾਂ ਜਾਂ ਹੋਰ ਕੁਝ ਗੁਰੂ ਸਾਹਿਬ ਜੀ ਨੂੰ ਕਵਾਂ, ਬਾਣੀ ਦੇ ਅੱਗੇ ਮੈਂ ਕੁਐਸਚਨ ਮਾਰਕ ਲਗਾਵਾਂ, ਉਹ ਮੇਰੇ 'ਚ ਗਲਤੀ ਆ, ਉਹ ਮੇਰੇ ਵਿੱਚ ਗਲਤੀ ਆ। ਪਰ ਜਿਸ ਦਿਨ ਮੇਰਾ ਸਿਮਰਨ ਦਿਨੇ ਪੂਰਾ ਹੋ ਗਿਆ, ਰਾਤ ਨੂੰ ਉਹ ਅੱਗੇ ਗੁਰੂ ਸਾਹਿਬ ਜੀ ਦੀ ਡਿਊਟੀ ਹੈ, ਉਹ ਗੁਰੂ ਸਾਹਿਬ ਜੀ ਨੇ ਆਪਣੇ ਆਪ ਹੀ ਕਰਵਾ ਲੈਣਾ ਆ। ਆਤਮਾ ਫਿਰ ਗਿੱਝ ਜਾਂਦੀ ਆ, ਨਾਮ ਦੇ ਵਿੱਚ ਗਿੱਝ ਜਾਂਦੀ ਆ। ਗਿੱਝਿਆ ਐਵੇਂ ਜਾਂਦਾ, ਅਸੀਂ ਕੋਈ ਕੰਮ ਲਗਾਤਾਰ ਕਰੀਏ ਤਾਂ ਹੀ ਗਿੱਝਦੇ ਆ। ਹੁਣ ਬੱਚੇ ਨੂੰ ਪਹਿਲਾਂ ਤੁਰਨਾ ਨਹੀਂ ਆਉਂਦਾ, ਪਰ ਮਾਂ ਪਿਓ ਉਸ ਨੂੰ ਉਂਗਲ ਫੜ ਕੇ ਤੋਰਦੇ ਆ, ਬਾਰ-ਬਾਰ ਤੋਰਦੇ, ਬਾਰ-ਬਾਰ। ਇੱਕੇ ਦਿਨ 'ਚ ਥੋੜਾ ਤੁਰਨਾ ਸਿੱਖ ਲੈਂਦਾ ਆ, ਉਹ ਇੱਕ ਦਿਨ ਗਿੱਝ ਜਾਂਦਾ ਆ ਉਵੇਂ ਤੁਰਨਾ, ਉਸਨੂੰ ਜਾਚ ਆ ਜਾਂਦੀ ਹੈ। ਸੋ ਅਸੀਂ ਵੀ ਆਪਣੇ ਆਪ ਨੂੰ ਗਿਝਾਉਣਾ ਆ ਨਾਮ ਦੇ ਵਿੱਚ, ਇੰਨਾ ਗਿਝਾਉਣਾ ਆ ਕਿ ਸਾਡਾ ਸਿਮਰਨ ਦਿਨ ਰਾਤ ਦਾ ਹੋ ਜਾਏ, ਅਸੀਂ ਦਿਨ ਰਾਤ ਸਿਮਰਨ ਕਰੀਏ। ਕਿਵੇਂ? ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗੇ ਹੋਏ। ਫਿਰ ਸਾਨੂੰ ਕੋਈ ਵੀ ਕਹਿਣ ਨਹੀਂ ਆਉਂਦਾ ਕਿ ਸਿਮਰਨ ਕਰੋ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਸਿਮਰਨ ਕਰੋ, ਆਪਣੇ ਆਪ ਕਰਾਂਗੇ। ਕਿਉਂ? ਰੰਗੇ ਹੋਏ ਆ। ਆਵਤ ਸੋ ਜਨ ਨਾ ਮੈਂ ਰਾਤਾ, ਕਹਿੰਦੇ ਫਿਰ ਉਹ ਆਇਆ ਹੋਇਆ ਜਿਹੜਾ ਜਨ ਆ, ਵਾਹਿਗੁਰੂ ਦਾ ਜਨ ਆ, ਉਹ ਹਮੇਸ਼ਾ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਰੰਗਿਆ ਰਹਿੰਦਾ ਆ। ਕਿਉਂਕਿ ਵਾਹਿਗੁਰੂ ਦਾ ਜਨ ਬਣ ਗਿਆ ਨਾ, ਉਹ ਵਾਹਿਗੁਰੂ ਦਾ ਜਨ ਮਤਲਬ ਵਾਹਿਗੁਰੂ ਦਾ ਗੁਲਾਮ ਕਹਿ ਲਓ, ਵਾਹਿਗੁਰੂ ਦਾ ਪਿਆਰਾ ਕਹਿ ਲਓ, ਜਿਸ ਨੂੰ ਗੁਰੂ ਸਾਹਿਬ ਜੀ ਬਹੁਤ ਪਿਆਰ ਕਰਦੇ ਹੋਣ, ਬਹੁਤ ਪਿਆਰ ਕਰਦੇ ਹੋਣ। ਵਾਹਿਗੁਰੂ ਨੇ ਆਪਣਾ ਬਣਾ ਲਿਆ ਨਾ। ਜਦੋਂ ਵਾਹਿਗੁਰੂ ਆਪਣਾ ਬਣਾਉਂਦਾ ਹੈ ਨਾ, ਸਭ ਤੋਂ ਪਹਿਲਾਂ ਆਪਣੇ ਨਾਮ ਦੀ ਦਾਤ ਦਿੰਦਾ ਆ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਉਸਨੂੰ ਜਿਹੜਾ ਸਭ ਤੋਂ ਪਹਿਲਾਂ ਗਿਫਟ ਦਿੰਦੇ ਆ ਨਾ, ਜਿਹੜੀ ਸਭ ਤੋਂ ਪਹਿਲਾਂ ਉਸਨੂੰ ਚੀਜ਼ ਦਿੰਦੇ ਆ, ਨਾਮ ਹੀ ਦਿੰਦੇ ਆ, ਜਿਸ ਤੋਂ ਵਾਹਿਗੁਰੂ ਦਾ ਜਨ ਬਣਦਾ ਆ। ਗੁਰੂ ਸਾਹਿਬ ਜੀ ਕਹਿੰਦੇ ਆਵਤ ਸੋ ਜਨ ਨਾਮੇ ਰਾਤਾ। ਫਿਰ ਉਹ ਵਾਹਿਗੁਰੂ ਦਾ ਜਿਹੜਾ ਆਇਆ ਹੋਇਆ ਜਨ ਆ, ਉਹ ਹਮੇਸ਼ਾ ਹੀ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਰਹਿੰਦਾ ਆ, ਹਮੇਸ਼ਾ ਹੀ ਰੰਗਿਆ ਰਹਿੰਦਾ ਹੈ। ਰੰਗਿਆ ਰਹਿੰਦਾ ਮਤਲਬ ਉਹ ਸਿਮਰਨ ਕਰਦਾ ਹੀ ਰਹਿੰਦਾ ਹੈ, ਸਿਮਰਨ ਕਰਦਾ ਹੀ ਰਹਿੰਦਾ ਹੈ। ਜਾ ਕੋ ਦਇਆ ਮਾਇਆ ਬੇਦਾਤਾ, ਕੌਣ ਕਰਦਾ ਆ? ਕਿਸ ਤੇ ਇੰਨੀ ਬਖਸ਼ਿਸ਼ ਹੁੰਦੀ ਆ? ਜਾ ਕੋ ਦਇਆ ਮਾਇਆ ਬੇਦਾਤਾ, ਜਿਸ ਤੇ ਉਹ ਵਿਦਾਤਾ ਵਾਹਿਗੁਰੂ, ਸਾਰੀ ਦੁਨੀਆ ਦਾ ਮਾਲਕ ਵਾਹਿਗੁਰੂ ਆਪ ਦਇਆ ਕਰੇ, ਜਿਸ ਤੇ ਉਹ ਵਾਹਿਗੁਰੂ ਆਪ ਬਖਸ਼ਿਸ਼ ਕਰੇ, ਜਿਸ ਤੇ ਉਹ ਵਾਹਿਗੁਰੂ ਆਪਣੇ ਗੁਰਪ੍ਰਸਾਦ ਦੀ ਖੇਡ ਵਰਤਾਏ, ਉਸ ਨੂੰ ਇਹ ਦਾਤਾਂ ਮਿਲਦੀਆਂ ਨੇ। ਜਿਸ ਨੂੰ ਸਮਝ ਆ ਗਈ ਹੋਏ ਕਿ ਨਾਮ ਕਿੰਨਾ ਕੀਮਤੀ ਆ, ਸੰਗਤ ਦੇ ਵਿੱਚ ਆ ਕੇ ਇੱਥੇ ਬਿਤਾਇਆ ਹੋਇਆ ਸਮਾਂ ਕਿੰਨਾ ਕੀਮਤੀ ਆ, ਸੰਗਤ ਕਿੰਨੀ ਕੀਮਤੀ ਆ, ਸੰਗਤ ਦੇ ਵਿੱਚ ਬੈਠ ਕੇ ਸਿਮਰਨ ਕਰਨਾ ਕਿੰਨਾ ਕੀਮਤੀ ਆ। ਜਿਸ ਨੇ ਮੈਨੂੰ ਅੰਮ੍ਰਿਤ ਰਸ ਦਵਾ ਦੇਣਾ ਆ, ਮੈਨੂੰ ਪ੍ਰਵਾਨ ਕਰਾ ਦੇਣਾ ਆ, ਮੈਨੂੰ ਸੱਚਖੰਡ ਤੱਕ ਪਹੁੰਚਾ ਦੇਣਾ ਆ। ਇਹ ਚੀਜ਼ਾਂ ਕਿਸ ਨੂੰ ਮਿਲਦੀਆਂ ਨੇ? ਜਿਸ ਤੇ ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਣ, ਜਿਸ ਤੇ ਗੁਰੂ ਸਾਹਿਬ ਜੀ ਆਪਣੀ ਦਇਆ ਕਰਨ, ਆਪਣੀ ਬਖਸ਼ਿਸ਼ ਕਰਨ। ਉਹ ਸ੍ਰਿਸ਼ਟੀ ਦਾ ਮਾਲਕ, ਉਹ ਸਾਰੀ ਦੁਨੀਆ ਦਾ ਮਾਲਕ ਵਾਹਿਗੁਰੂ ਜਿਸ ਤੇ ਦਇਆ ਕਰੇ। ਏਕੈ ਆਵਨ ਫਿਰ ਜੋ ਨਾ ਆਇਆ, ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਇੱਕ ਵਾਰੀ ਉਸਨੂੰ ਆਉਣ ਦੀ ਲੋੜ ਪੈਂਦੀ ਇਸ ਦੁਨੀਆ ਦੇ ਵਿੱਚ, ਕਿ ਉਸ ਦਾ ਜਿਹੜਾ ਉਹ ਜਨਮ ਹੁੰਦਾ ਹੈ ਨਾ, ਉਸ ਦੇ ਵਿੱਚ ਹੀ ਉਹ ਪ੍ਰਵਾਨ ਹੋ ਜਾਂਦਾ। ਬਾਰ-ਬਾਰ ਉਸਨੂੰ ਆਉਣ ਜਾਣ ਦੀ ਲੋੜ ਨਹੀਂ ਪੈਂਦੀ, 84 ਲੱਖ ਜੂਨਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਪੈਂਦੀ। ਉਹ ਬਸ ਉਸਦਾ ਆਇਆ ਪ੍ਰਵਾਨ ਹੋ ਜਾਂਦਾ ਆ, ਉਹ ਉਸੇ ਮਨੁੱਖਾ ਦੇਹ ਦੇ ਵਿੱਚ ਹੀ ਪ੍ਰਵਾਨ ਹੋ ਜਾਂਦਾ ਆ। ਫਿਰ ਬਾਰ-ਬਾਰ ਉਹ ਜੂਨਾਂ ਦੇ ਵਿੱਚ ਨਹੀਂ ਪੈਂਦਾ। ਕਿਉਂ? ਗੁਰੂ ਸਾਹਿਬ ਜੀ ਉਸਨੂੰ ਸੱਚਖੰਡ ਪ੍ਰਵਾਨ ਕਰ ਲੈਂਦੇ ਆ ਆਪਣੇ ਸਿਮਰਨ ਦੇ ਨਾਲ, ਆਪਣੇ ਨਾਮ ਦੇ ਨਾਲ ਜੋੜ ਕੇ। ਸੋ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਆ ਸੰਗਤ, ਜੇ ਆਪਾਂ ਸੋਚੀਏ, ਵਿਚਾਰੀਏ ਇਸ ਨੂੰ ਚੰਗੀ ਤਰ੍ਹਾਂ, ਤੇ ਇਹ ਕੋਈ ਆਮ ਚੀਜ਼ ਤਾਂ ਹੈ ਨਹੀਂ, ਆਮ ਚੀਜ਼ ਨਹੀਂ ਹੈਗੀ।
ਸੰਗਤ, ਸੰਗਤ ਦੀ ਚਰਨ ਧੂੜ, ਜਿਹੜੀਆਂ ਇਹ ਦਾਤਾਂ ਆ ਨਾ, ਇਹ ਦੁਨੀਆ ਦੇ ਵਿੱਚੋਂ ਹੋਰ ਕਿਤੋਂ ਨਹੀਂ ਮਿਲਦੀਆਂ, ਜੋ ਗੁਰੂ ਸਾਹਿਬ ਜੀ ਸਾਨੂੰ ਦੇ ਰਹੇ ਆ। ਬਹੁਤ ਭਾਗਾਂ ਵਾਲੇ ਹਾਂ ਅਸੀਂ, ਬਹੁਤ ਭਾਗਾਂ ਵਾਲੇ। ਤੇ ਸੰਗਤ ਦੇ ਵਿੱਚ ਆ ਕੇ ਬਿਤਾਇਆ ਹਰ ਪਲ ਸਾਨੂੰ ਕਿਵੇਂ ਦਾ ਬਿਤਾਉਣਾ ਚਾਹੀਦਾ ਆ, ਕਿਵੇਂ ਦਾ ਗੁਰੂ ਸਾਹਿਬ ਜੀ ਸਾਨੂੰ ਬਿਤਾਉਣ ਲਈ ਕਹਿੰਦੇ ਆ, ਇਸ ਤੇ ਵਿਚਾਰ ਕਰਨੀ। ਉਹ ਸਾਡੇ ਪਰਸਨਲ ਵਿਚਾਰ ਆ। ਉਹ ਸਾਨੂੰ ਪਰਸਨਲੀ ਜਿੰਨੀ ਕੁ ਬੁੱਧੀ ਹੋਏ, ਜਿੰਨੀ ਕੁ ਸਮਝ ਹੋਏ ਨਾ, ਅਸੀਂ ਉਵੇਂ ਹੀ ਕਰ ਸਕਦੇ ਹਾਂ, ਉਵੇਂ ਹੀ ਚੱਲ ਸਕਦੇ ਹਾਂ। ਸੋ ਅਸੀਂ ਸਾਰੇ ਇਕੱਠੇ ਸੰਗਤ ਦੇ ਵਿੱਚ ਆਉਂਦੇ ਹਾਂ। ਸੋ ਸਾਰੇ ਜਿਵੇਂ ਜਿੰਨਾ ਕਿਸੇ ਦਾ ਧਿਆਨ ਹੁੰਦਾ ਹੈ, ਉਹਨਾਂ ਹੀ ਸਾਰੇ ਬਖਸ਼ਿਸ਼ਾਂ ਲੈ ਜਾਂਦੇ ਆ। ਕਿਸੇ ਨੂੰ ਦਰਸ਼ਨ ਹੋ ਜਾਂਦੇ ਆ, ਕਿਸੇ ਨੂੰ ਪ੍ਰਕਾਸ਼ ਹੋ ਜਾਂਦਾ, ਕਿਸੇ ਨੂੰ ਅੰਮ੍ਰਿਤ ਰਸ ਆ ਜਾਂਦਾ ਹੈ। ਤੇ ਕਈ ਮੇਰੇ ਵਰਗੇ ਗਲਤੀਆਂ ਕਰਕੇ ਜੋ ਪਹਿਲਾਂ ਹੁੰਦਾ ਆ ਉਹ ਵੀ ਗਵਾ ਕੇ ਚਲੇ ਜਾਂਦੇ ਆ। ਮਨ ਦੇ ਵਿੱਚ ਹੋਰ ਮੈਲ ਭਰ ਕੇ ਲੈ ਜਾਂਦੇ ਆ। ਕਿਉਂ? ਸੰਗਤ ਤਾਂ ਸੰਗਤ ਹੀ ਆ ਨਾ, ਸੰਗਤ ਤਾਂ ਸੰਗਤ ਹੀ ਆ। ਸੰਗਤ ਦਾ ਥੋੜਾ ਕੁਝ ਬਦਲ ਜਾਣਾ ਆ। ਸੋ ਜੇ ਮੈਂ ਇੱਥੇ ਆ ਕੇ ਉਹ ਕੰਮ ਨਹੀਂ ਕਰ ਪਾਇਆ ਜਿਹੜਾ ਕੰਮ ਮੈਨੂੰ ਕਰਨਾ ਚਾਹੀਦਾ ਸੀ, ਉੱਥੇ ਮੇਰੀ ਗਲਤੀ ਆ। ਜੇ ਮੈਂ ਨਹੀਂ ਕਰ ਪਾਇਆ, ਇਹਦਾ ਮਤਲਬ ਇਹ ਥੋੜਾ ਨਾ ਕਿ ਸੰਗਤ ਹੀ ਬਦਲ ਗਈ, ਸੰਗਤ ਦੇ ਵਿੱਚ ਕੋਈ ਕਮੀ ਆ ਗਈ। ਸੋ ਜਿਹੜੇ ਬਖਸ਼ਿਸ਼ਾਂ ਲੈ ਕੇ ਜਾ ਰਹੇ ਉਹ ਵੀ ਤਾਂ ਇੱਥੋਂ ਹੀ ਜਾ ਰਹੇ ਆ। ਸੋ ਜੇ ਮੈਂ ਨਹੀਂ ਲੈ ਕੇ ਜਾ ਰਿਹਾ ਤੇ ਮੇਰੀ ਹੀ ਗਲਤੀ ਆ। ਉਹਦੇ ਵਿੱਚ ਸੰਗਤ ਦਾ ਕੋਈ ਦੋਸ਼ ਨਹੀਂ ਹੈਗਾ। ਸੰਗਤ ਦੀ ਜਿਹੜੀ ਵਡਿਆਈ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਲਿਖੀ ਆ ਨਾ, ਉਹ ਬਸ ਹਮੇਸ਼ਾ ਵਾਸਤੇ ਧੁਰੋਂ ਲਿਖੀ ਆ ਤੇ ਉਹ ਆਦ ਜੁਗਾਦ ਆ। ਉਹ ਵਡਿਆਈ ਉਵੇਂ ਹੀ ਰਹਿਣੀ ਆ। ਪਰ ਜੇ ਮੈਂ ਕਿਤੇ ਨਾ ਕਿਤੇ ਗਲਤੀਆਂ ਕਰ ਰਿਹਾ ਆ ਤੇ ਮੇਰੇ ਲਈ ਉਹ ਘਟੂਗੀ, ਮੇਰੇ ਲਈ ਤਾਂ ਜ਼ਰੂਰ ਘਟੂਗੀ, ਘਟਣੀ ਹੀ ਆ। ਫਿਰ ਮੇਰੀ ਜਿਹੜੀ ਬੋਲੀ ਹੋਊਗੀ, ਜੋ ਮੇਰੀ ਅੰਦਰਲੀ ਭਾਵਨਾ ਹੋਗੀ, ਮੇਰਾ ਅੰਦਰਲਾ ਪਿਆਰ ਹੋਊਗਾ ਸੰਗਤ ਦੇ ਵਾਸਤੇ, ਵਾਹਿਗੁਰੂ ਦੇ ਵਾਸਤੇ, ਉਹ ਘਟੂਗਾ, ਮੇਰੇ ਅੰਦਰੋਂ ਘਟੂਗਾ। ਪਰ ਜਿਹੜੇ ਵਾਹਿਗੁਰੂ ਦਾ ਇੱਕ ਬਖਸ਼ਿਸ਼ ਵਾਲਾ ਪੱਖ ਆ, ਉਹ ਕਦੀ ਨਹੀਂ ਘਟੂਗਾ। ਮੈਂ ਭਾਵੇਂ ਘਟਾਂ, ਭਾਵੇਂ ਵਧਾਂ, ਭਾਵੇਂ ਇੱਥੋਂ ਬਖਸ਼ਿਸ਼ਾਂ ਲੈ ਕੇ ਜਾਵਾਂ, ਭਾਵੇਂ ਆਪਣਾ ਨੁਕਸਾਨ ਕਰਵਾ ਕੇ ਜਾਵਾਂ, ਉਹ ਅਲੱਗ ਗੱਲ ਆ। ਪਰ ਜਿਹੜੀ ਸੰਗਤ ਦੀ ਗੱਲ ਆ, ਇੱਥੋਂ ਬਖਸ਼ਿਸ਼ਾਂ ਦੀ ਗੱਲ ਆ, ਉਹ ਹਮੇਸ਼ਾ ਹੁੰਦੀਆਂ ਰਹੀਆਂ ਆ ਤੇ ਹਮੇਸ਼ਾ ਹੀ ਹੁੰਦੀਆਂ ਰਹਿਣੀਆਂ ਆ। ਉਹ ਗੁਰੂ ਸਾਹਿਬ ਜੀ ਦਾ ਸੁਭਾਅ ਆ। ਉਹ ਗੁਰੂ ਸਾਹਿਬ ਜੀ ਨੇ ਸਾਡੇ ਨਾਲ ਕਮਿਟਮੈਂਟ ਵੀ ਕੀਤੀ ਆ ਕਿ ਜੇ ਤੂੰ ਸੰਗਤ ਦੇ ਵਿੱਚ ਆਏਂਗਾ, ਬੈਠੇਂਗਾ, ਇੱਥੇ ਬੈਠ ਕੇ ਸਿਮਰਨ ਕਰੇਂਗਾ ਤੇ ਮੈਂ ਤੈਨੂੰ ਦਾਤਾਂ ਜ਼ਰੂਰ ਦਊਂਗਾ। ਤੈਨੂੰ ਜਿਹੜੇ ਅੰਮ੍ਰਿਤ ਰਸ ਦੀ ਗੱਲ ਕੀਤੀ ਆ, ਤੈਨੂੰ ਅੰਮ੍ਰਿਤ ਰਸ ਸੰਗਤ ਦੇ ਵਿੱਚੋਂ ਮਿਲੂਗਾ। ਸੋ ਜੇ ਸਾਨੂੰ ਗੁਰੂ ਸਾਹਿਬ ਜੀ ਨੇ ਇੱਕ ਕੰਮ ਕਰਨ ਵਾਸਤੇ ਕਿਹਾ ਆ ਤੇ ਆਪਾਂ ਜੇ ਸਿਰਫ ਇੱਕ ਕੰਮ ਹੀ ਕਰ ਲਈਏ, ਫਿਰ ਸਾਡੇ ਵਾਸਤੇ ਸਾਰੀ ਬਾਣੀ ਸੱਚ ਆ। ਸਾਰੀ ਬਾਣੀ ਸਾਡੇ ਵਾਸਤੇ ਨਿਰੋਲ ਵਾਹਿਗੁਰੂ ਦੀ ਹੀ ਗੱਲ ਹੋਊਗੀ। ਸਾਨੂੰ ਹਾਂ ਫੀਲ ਹੋਊਗਾ ਕਿ ਸਾਡੇ ਨਾਲ ਵਾਹਿਗੁਰੂ ਹੀ ਆ ਕੇ ਗੱਲ ਕਰ ਰਿਹਾ ਆ। ਤੇ ਜੇ ਬਾਣੀ ਦੇ ਵਿਚਾਰ ਅਜੇ ਮੈਂ ਫੀਲ ਨਹੀਂ ਨਾ ਹੋ ਰਿਹਾ ਕਿ ਮੇਰੇ ਨਾਲ ਵਾਹਿਗੁਰੂ ਹੀ ਆ ਕੇ ਗੱਲ ਕਰ ਰਿਹਾ ਆ, ਤੇ ਉੱਥੇ ਕਿਸ ਦੇ ਵਿੱਚ ਘਾਟ ਆ? ਉੱਥੇ ਮੇਰੇ ਅੰਦਰਲਾ ਸਿਸਟਮ ਨਹੀਂ ਸਹੀ ਹੈਗਾ। ਜੇ ਮੈਨੂੰ ਕੋਈ ਬਾਣੀ ਦੀਆਂ ਚੀਜ਼ਾਂ ਮੈਨੂੰ ਪ੍ਰਵਾਨ ਨਹੀਂ ਨਾ ਹੋ ਰਹੀਆਂ, ਮੇਰਾ ਅੰਦਰ ਮੇਰਾ ਅਸੈਪਟ ਨਹੀਂ ਕਰ ਰਿਹਾ ਕਿ ਹਾਂ ਇਹ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਐਵੇਂ ਕਿਹਾ ਆ ਤੇ ਐਵੇਂ ਹੀ ਆ, ਕਿਤੇ ਨਾ ਕਿਤੇ ਅਸੀਂ ਅੱਗੇ ਕਿੰਤੂ ਪਰੰਤੂ ਕਰਦੇ ਆ ਕਿ ਨਹੀਂ ਇਹ ਕਿਵੇਂ ਪੋਸੀਬਲ ਆ, ਇਹ ਕਿਵੇਂ ਹੋ ਸਕਦਾ ਆ, ਇਹ ਗੁਰੂ ਸਾਹਿਬ ਜੀ ਨੇ ਕਿਉਂ ਲਿਖਿਆ, ਕਿਉਂ ਕੀਤੀ? ਤੇ ਤਾਂ ਗੱਲ ਹੀ ਨਹੀਂ ਆਉਂਦੀ। ਜਦੋਂ ਵਾਹਿਗੁਰੂ ਲਿਖ ਕੇ ਗਿਆ ਆ, ਸ੍ਰਿਸ਼ਟੀ ਦਾ ਮਾਲਕ ਸਾਨੂੰ ਸਭ ਕੁਝ ਕਹਿ ਕੇ ਗਿਆ ਆ, ਤੇ ਉੱਥੇ ਅੱਗੇ ਸਾਡੇ ਸਵਾਲ ਹੋਣ, ਸਵਾਲਾਂ ਦੀ ਉਹ ਸਵਾਲ ਪੈਦਾ ਹੀ ਨਹੀਂ ਹੋਣੇ ਚਾਹੀਦੇ ਸਾਡੇ ਦਿਮਾਗ ਦੇ ਵਿੱਚ। ਜੇ ਹੋ ਰਹੇ ਆ ਤੇ ਮੈਂ ਜੇ ਬਹੁਤ ਵਿੱਥ ਤੇ ਖੜਾ ਆ, ਮੈਂ ਬਹੁਤ ਦੂਰ ਖੜਾ ਆ ਜੇ ਵਾਹਿਗੁਰੂ ਤੋਂ, ਵਾਹਿਗੁਰੂ ਦੀ ਸਿੱਖਿਆ ਤੋਂ ਮੈਂ ਜੇ ਗਾਹਕ ਨਹੀਂ ਬਣਿਆ ਹੋਇਆ। ਸੋ ਆਪਾਂ ਇਹ ਅਰਦਾਸ ਕਰੀਏ, ਵਾਹਿਗੁਰੂ ਸਾਡੇ ਅੰਦਰ ਜੇ ਦੂਰੀ ਹੈਗੀ ਆ ਨਾ, ਸਾਡੇ ਅੰਦਰ ਜੇ ਦੂਰੀ ਹੈਗੀ, ਹੁਣ ਮੰਨਣਾ ਤੇ ਉਸ ਤੇ ਚੱਲਣਾ, ਇਸ ਦੇ ਵਿੱਚ ਵੀ ਬਹੁਤ ਫਰਕ ਆ। ਮੰਨਿਆ ਤਾਂ ਹੀ ਸਮਝੀਏ ਜੇ ਅਸੀਂ ਚੱਲਦੇ ਆ, ਨਹੀਂ ਤਾਂ ਇਹ ਮੰਨ ਲਓ ਜੇ ਅਸੀਂ ਉਸ ਤੇ ਚੱਲ ਨਹੀਂ ਨਾ ਰਹੇ, ਅਜੇ ਅਸੀਂ ਵਾਹਿਗੁਰੂ ਦੇ ਅੱਗੇ ਕਿੰਤੂ ਪਰੰਤੂ ਹੀ ਕਰ ਰਹੇ ਆ, ਵਾਹਿਗੁਰੂ ਨੂੰ ਝੂਠਾ ਕਹਿ ਰਹੇ ਆ,
ਜਾਂ ਬਾਣੀ ਨੂੰ ਅਸੀਂ ਕਿਸੇ ਹੋਰ ਪੱਖ ਦੇ ਨਾਲ, ਹੋਰ ਵਿਚਾਰਾਂ ਦੇ ਨਾਲ ਦੇਖ ਰਹੇ ਹਾਂ, ਸਮਝ ਰਹੇ ਹਾਂ, ਸੁਣ ਰਹੇ ਹਾਂ। ਜਦੋਂ ਚੱਲਾਂਗੇ ਉਦੋਂ ਅਸੀਂ ਇਹ ਸਮਝੀਏ ਕਿ ਹਾਂ, ਹੁਣ ਮੇਰੀ ਵਾਹਿਗੁਰੂ ਦੇ ਨਾਲ ਨੇੜਤਾ ਬਣੀ ਆ, ਹੁਣ ਮੈਂ ਵਾਹਿਗੁਰੂ ਨੂੰ ਵਾਹਿਗੁਰੂ ਸਮਝਿਆ ਆ, ਹੁਣ ਮੇਰਾ ਤੇ ਵਾਹਿਗੁਰੂ ਦਾ ਇੱਕ ਰਿਲੇਸ਼ਨ ਬਣ ਚੁੱਕਾ ਆ। ਮੈਂ ਤੇ ਮੇਰਾ ਵਾਹਿਗੁਰੂ ਅਸੀਂ ਇੱਕ ਹੋ ਗਏ ਆ। ਹੁਣ ਮੈਂ ਆਪਣੇ ਵਾਹਿਗੁਰੂ ਦੇ ਨਾਲ ਗੱਲ ਕਰਨੀ ਸਿੱਖ ਲਈ ਆ। ਮੈਂ ਆਪਣੇ ਵਾਹਿਗੁਰੂ ਦੇ ਨਾਲ ਗੱਲ ਕਰਨੀ ਸਿੱਖ ਲਈ ਆ। ਇਹ ਗੱਲਾਂ ਉਦੋਂ ਹੀ ਸਮਝ ਆਉਣਗੀਆਂ। ਇੱਕ ਹੈ ਆਵਨ, ਫਿਰ ਜੂਨਾ ਆਇਆ, ਫਿਰ ਉਹ ਤਾਂ ਹੀ ਬਾਰ-ਬਾਰ ਜੂਨਾ ਦੇ ਵਿੱਚ ਨਹੀਂ ਆਉਂਦਾ, ਬਹੁਤ ਅੱਗੇ ਚਲਾ ਗਿਆ ਨਾ। ਉਹ ਵਾਹਿਗੁਰੂ ਦੇ ਨਾਲ ਇੱਕਮਿੱਕੀ ਹੋ ਗਿਆ ਤੇ ਵਾਹਿਗੁਰੂ ਇਹ ਥੋੜਾ ਨਾ ਕਿ ਬਾਰ-ਬਾਰ ਉਸਨੂੰ ਜੂਨਾ ਦੇ ਵਿੱਚ ਪਾਊਗਾ। ਨਹੀਂ, ਸੱਚਖੰਡ ਗਿਆ ਜੀਵ, ਪਰਵਾਨ ਹੋਇਆ ਜੀਵ, ਜਿਸਨੂੰ ਅੰਮ੍ਰਿਤ ਰਸ ਆ ਗਿਆ ਹੋਏ, ਉਹ ਕਦੀ ਵੀ ਜੂਨਾ ਦੇ ਗੇਟ ਦੇ ਵਿੱਚ ਨਹੀਂ ਪੈਂਦਾ। ਜਿਸ ਦਿਨ ਸਾਨੂੰ ਅੰਮ੍ਰਿਤ ਰਸ ਆ ਗਿਆ ਨਾ, ਉਸ ਦਿਨ ਸਮਝ ਲਓ ਕਿ ਹਾਂ, ਹੁਣ ਅਸੀਂ ਕਦੀ ਵੀ ਜੂਨਾ ਦੇ ਵਿੱਚ ਨਹੀਂ ਪੈ ਸਕਦੇ। ਜੇ ਅਜੇ ਨਹੀਂ ਹੈ, ਅਜੇ ਇਹ ਸਮਝ ਲਓ ਕਿ ਮੇਰਾ ਸਿਲੇਬਸ ਪਿਆ ਆ, ਅਜੇ ਮੈਂ ਉਸਨੂੰ ਕੰਪਲੀਟ ਕਰਨਾ ਹੈ, ਤੇ ਤਾਂ ਜਿਹੜੀ ਗੁਰਸਾਹਿਬ ਜੀ ਦੇ ਨਾਲ ਕਮਿਟਮੈਂਟ ਹੋਈ ਆ ਤਾਂ ਪੂਰੀ ਹੋਊਗੀ ਮੇਰੀ। ਅਜੇ ਮੈਂ ਹੋਰ ਮਿਹਨਤ ਕਰਨੀ ਆ ਜੂਨਾ ਤੋਂ ਬਚਣ ਦੇ ਵਾਸਤੇ। ਨਾਨਕ ਹਰਿ ਕੈ ਦਰਸ ਸਮਾਇਆ, ਫਿਰ ਉਹ ਜੂਨਾ ਦੇ ਵਿੱਚ ਕਿਉਂ ਨਹੀਂ ਆਉਂਦਾ? ਕਿਉਂਕਿ ਉਹ ਵਾਹਿਗੁਰੂ ਦੇ ਦਰਸ਼ਨ ਕਰਕੇ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਆ। ਪ੍ਰਕਾਸ਼ ਵਾਹਿਗੁਰੂ ਦੇ ਵਿੱਚ ਉਹ ਸਮਾ ਜਾਂਦਾ ਆ। ਉਹ ਤੇ ਵਾਹਿਗੁਰੂ ਫਿਰ ਇੱਕ ਹੋ ਜਾਂਦੇ ਆ। ਜਿਉਂ ਜਲਮੇ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਨਾ, ਬਸ ਉਹ ਵੀ ਵਾਹਿਗੁਰੂ ਦੀ ਜੋਤ ਦੇ ਵਿੱਚ ਉਵੇਂ ਹੀ ਮਿਲ ਜਾਂਦਾ ਆ। ਸੋ ਅੱਗੇ ਹੁਣ ਸਾਡੀ ਅਰਦਾਸ ਇਹ ਹੋਣੀ ਚਾਹੀਦੀ ਆ, ਸਾਡੀ ਭਾਵਨਾ ਅੰਦਰੋਂ ਇਹ ਹੋਣੀ ਚਾਹੀਦੀ ਹੈ, ਅੰਮ੍ਰਿਤ ਰਸ ਤੱਕ ਪਹੁੰਚਣਾ ਆ, ਪਰਵਾਨ ਹੋਣਾ ਆ। ਸੋ ਬਾਣੀ ਨੂੰ ਵਾਹਿਗੁਰੂ ਹੀ ਸਮਝਣਾ ਆ। ਵਾਹਿਗੁਰੂ ਵਰਗੀ ਰਿਸਪੈਕਟ ਕਰਨੀ ਕਿਵੇਂ ਕਰਨੀ ਆ? ਮੰਨ ਕੇ, ਕਿ ਮੈਂ ਇਸਨੂੰ ਮੰਨਣਾ ਸ਼ੁਰੂ ਕਰ ਦੇਵਾਂ, ਜੋ ਗੁਰੂ ਸਾਹਿਬ ਜੀ ਨੇ ਕਿਹਾ ਆ ਉਹ ਕਰਨਾ ਸ਼ੁਰੂ ਕਰ ਦੇਵਾਂ, ਫਿਰ ਮੈਂ ਅੰਮ੍ਰਿਤ ਰਸ ਤੱਕ ਪਹੁੰਚ ਸਕਦਾ ਹੈ ਤੇ ਪਰਵਾਨ ਹੋ ਸਕਦਾ ਹੈ। ਨਹੀਂ ਤਾਂ ਅਜੇ ਬਹੁਤ ਦੂਰ ਆ। ਜੇ ਕੁਝ ਮੇਰੇ ਤੋਂ ਮੰਨਿਆ ਨਹੀਂ ਜਾ ਰਿਹਾ, ਮੈਂ ਗਲਤੀਆਂ ਕਰ ਰਿਹਾ ਆ, ਭੁੱਲਾਂ ਹੋ ਰਹੀਆਂ ਆ, ਜੋ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਮੈਨੂੰ ਕਹਿ ਰਹੇ ਆ, ਮੈਂ ਇਗਨੋਰ ਕਰ ਰਿਹਾ ਕਿ ਨਹੀਂ, ਇਹ ਸਭ ਮੇਰੇ ਵਾਸਤੇ ਨਹੀਂ ਹੈ, ਕਿਸੇ ਹੋਰ ਵਾਸਤੇ ਹੋਊਗਾ, ਸਾਡੇ ਸਭ ਦੇ ਵਾਸਤੇ ਆ। ਅਸੀਂ ਸਭ ਨੇ ਪਰਸਨਲੀ ਆਪਣੇ ਵਾਸਤੇ ਇਸ ਨੂੰ ਮੰਨ ਕੇ ਇਸ ਨੂੰ ਲੈ ਕੇ ਚੱਲਣਾ ਆ। ਬਾਣੀ ਜਦੋਂ ਆਪਾਂ ਵਿਚਾਰ ਸੁਣਦੇ ਆ ਨਾ, ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਵਾਸਤੇ ਸੁਣਨੀ ਆ, ਤੇ ਸੁਣਨੀ ਹੀ ਆਪਣੇ ਆਪ ਵਾਸਤੇ ਆ। ਜਦੋਂ ਅਸੀਂ ਇੱਧਰ ਉੱਧਰ ਦੂਜਿਆਂ ਵਾਸਤੇ ਸੁਣਦੇ ਆ ਨਾ, ਕਿ ਦੂਜਿਆਂ ਤੇ ਲਗਾ ਲੈਂਦੇ ਆ, ਆਪਣੇ ਤੋਂ ਸ਼ੁਰੂ ਨਹੀਂ ਕਰਦੇ, ਫਿਰ ਤਾਂ ਇਹ ਦੂਰੀ ਐਵੇਂ ਹੀ ਬਣੀ ਰਹਿਣੀ ਆ। ਫਿਰ ਪਰਵਾਨ ਹੋਣ ਦੀ ਗੱਲ, ਅੰਮ੍ਰਿਤ ਰਸ ਦੀ ਗੱਲ, ਉਹ ਬਹੁਤ ਦੂਰ ਆ। ਸੋ ਆਪਾਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰੀਏ ਕਿ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ। ਜੇ ਸਭ ਕੁਝ ਮੇਰੇ ਰਸਤੇ ਦੇ ਵਿੱਚ ਅਜੇ ਹੈਗਾ ਆ, ਮੇਰੇ ਤੇ ਤੁਹਾਡੇ ਵਿਚਕਾਰ ਹੈਗਾ ਆ, ਇਹ ਦੂਰੀ ਹੈਗੀ ਆ, ਤੇ ਖਤਮ ਵੀ ਤੁਸੀਂ ਕਰਨੀ ਆ। ਆਪੇ ਤਾਂ ਗੱਲ ਕੀਤੀ ਹੈ, ਜਾ ਕੋ ਦਇਆ ਮਾਇਆ ਵਿਦਾਤਾ, ਕਿ ਬਖਸ਼ਿਸ਼ਾਂ ਉਸ ਨੂੰ ਹੀ ਮਿਲਦੀਆਂ ਜਿਸ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਏ, ਜਿਸ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਏ। ਵਾਹਿਗੁਰੂ ਜੀ ਮੇਰੇ ਤੇ ਕਰੋ, ਮੈਂ ਤੁਹਾਡੇ ਕੋਲ ਲੈਣ ਆਇਆ, ਕਿਰਪਾ ਕਰੋ ਮੇਰੇ ਤੇ, ਬਖਸ਼ਿਸ਼ ਕਰੋ। ਸੋ ਅਸੀਂ ਗਾਹਕ ਬਣੀਏ, ਅੰਦਰੋਂ ਆਪਣੀ ਭੁੱਖ ਵਧਾਈਏ, ਇੰਨੀ ਕੁ ਵਧਾਈਏ ਕਿ ਜਿਹੜੀ ਭੁੱਖ ਵੇਖ ਕੇ ਗੁਰੂ ਸਾਹਿਬ ਜੀ ਨੂੰ ਤਰਸ ਆ ਜਾਏ। ਹੁਣ ਸਾਨੂੰ ਕਈ ਵਾਰ ਮੰਗਤੇ ਭੁੱਖੇ ਬੈਠੇ ਹੋਣ, ਉਹ ਤੜਫ ਰਹੇ ਹੁੰਦੇ ਆ ਨਾ, ਭੁੱਖ ਦੇ ਨਾਲ ਮੰਗ ਰਹੇ ਹੁੰਦੇ, ਭੀਖ ਮੰਗ ਰਹੇ ਹੁੰਦੇ ਆ, ਉਹਨਾਂ ਦੀ ਹਾਲਤ ਵੇਖ ਕੇ ਸਾਨੂੰ ਤਰਸ ਆ ਜਾਂਦਾ ਹੈ। ਅਸੀਂ 5-10 ਰੁਪਏ ਉਹਨਾਂ ਨੂੰ ਦੇ ਦਿੰਦੇ ਆ, ਕੁਝ ਖਾਣ ਲਈ ਦੇ ਦਿੰਦੇ ਆ, ਜਾਂ ਅਸੀਂ ਵੀ ਆਪਣੀ ਭੁੱਖ ਗੁਰੂ ਸਾਹਿਬ ਜੀ ਅੱਗੇ ਐਵੇਂ ਦਰਸਾਈਏ, ਅੰਦਰੋਂ ਐਵੇਂ ਦਰਸਾਈਏ ਕਿ ਵਾਹਿਗੁਰੂ ਨੂੰ ਵੀ ਸਾਡੇ ਤੇ ਤਰਸ ਆ ਜਾਏ। ਵਾਹਿਗੁਰੂ ਦੇ ਅੱਗੇ ਐਵੇਂ ਦੇ ਮੰਗਤੇ ਬਣੀਏ, ਅਸੀਂ ਐਵੇਂ ਮੰਗੀਏ ਕਿ ਗੁਰੂ ਸਾਹਿਬ ਜੀ ਨੂੰ ਬਸ ਤਰਸ ਆ ਜਾਏ। ਗਲਤੀਆਂ ਤਾਂ ਮੈਂ ਬਹੁਤ ਕੀਤੀਆਂ ਹੈ, ਜਾਂ ਬਹੁਤ ਔਗੁਣ ਵੀ ਆ, ਪਰ ਗੁਰੂ ਸਾਹਿਬ ਜੀ ਦਾ ਸੁਭਾਅ ਆ ਨਾ, ਔਗੁਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ। ਬਸ ਇੱਕ ਵਾਰੀ ਗੁਰੂ ਸਾਹਿਬ ਜੀ ਨੂੰ ਕਹੀਏ ਕਿ ਵਾਹਿਗੁਰੂ ਜੀ ਮੈਨੂੰ ਆਪਣੀ ਗੱਲ ਦੇ ਨਾਲ ਲਗਾ ਲਓ, ਤੁਸੀਂ
ਇਵੇਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਟੈ ਟੇਰੀ ਹੋ ਜਾਈਏ, ਗੁਰੂ ਸਾਹਿਬ ਜੀ ਦੇ ਅੱਗੇ ਆ ਕੇ ਗੁਰੂ ਸਾਹਿਬ ਜੀ ਨੂੰ ਆਪਣਾ ਸਭ ਕੁਝ ਸਮਰਪਿਤ ਕਰ ਦਈਏ। ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰਨ, ਸਾਡੇ ਸਭ ਤੇ ਬਖਸ਼ਿਸ਼ ਕਰਨ ਕਿ ਜੋ ਗੁਰੂ ਸਾਹਿਬ ਜੀ ਸਾਨੂੰ ਇਹ ਸਿੱਖਿਆ ਦੇ ਰਹੇ ਆ, ਇਹ ਅਸੀਂ ਹੁਣ ਘਰ ਜਾ ਕੇ ਵੀ ਇਸ ਤੇ ਚੱਲਣਾ ਆ, ਬਾਅਦ ਵਿੱਚ ਵੀ ਚੱਲਣਾ ਆ, ਹਮੇਸ਼ਾ ਲਈ ਚੱਲਣਾ ਆ, ਹਮੇਸ਼ਾ ਲਈ। ਬਾਣੀ ਦੀ ਵਿਚਾਰ ਸਿਰਫ ਸਮਾਗਮ ਦੇ ਵਾਸਤੇ ਨਹੀਂ ਹੁੰਦੀ, ਸਾਨੂੰ ਗੁਰੂ ਸਾਹਿਬ ਜੀ ਇੱਥੇ ਦਿੰਦੇ ਆ ਤੇ ਸਿਰਫ ਇੱਥੋਂ ਵਾਸਤੇ ਨਹੀਂ ਹੁੰਦੀ, ਬਾਅਦ ਵਾਸਤੇ ਵੀ ਹੁੰਦੀ ਆ। ਕਿਉਂਕਿ ਉੱਥੇ ਜਾ ਕੇ ਵੀ ਅਸੀਂ ਮਨੁੱਖਾ ਦੇਹ ਦੇ ਵਿੱਚ ਹੀ ਰਹਿ ਰਹੇ ਹਾਂ। ਮਨੁੱਖਾ ਦੇਹ ਸਿਰਫ ਸਾਨੂੰ ਸੰਗਤ ਦੇ ਵਿੱਚ ਆ ਕੇ ਨਹੀਂ ਮਿਲਦੀ, ਘਰੇ ਜਾ ਕੇ ਵੀ ਸਾਡੇ ਕੋਲ ਉਹੀ ਦੇਹ ਹੁੰਦੀ ਆ, ਉਹੀ ਸਭ ਕੁਝ ਹੁੰਦਾ ਆ। ਸੋ ਜਿਹੜਾ ਇਸ ਦਾ ਮਨੋਰਥ ਆ, ਮਨੋਰਥ ਤਾਂ ਮਨੋਰਥ ਹੀ ਆ, ਪੂਰਾ ਵੀ ਕਰਨਾ ਆ। ਸੋ ਘਰੇ ਜਾ ਕੇ ਵੀ ਕਰਨਾ ਹੈ। ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰਨ, ਬਖਸ਼ਿਸ਼ ਕਰਨ। ਬਾਣੀ ਦੇ ਵਿਚਾਰ ਕਰਦਿਆਂ ਇੱਕ ਹੀ ਨਹੀਂ, ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਸਾਰੀ ਸੰਗਤ ਬਖਸ਼ਣਹਾਰ ਹੋ, ਬਖਸ਼ ਲੈਣਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਹਨ, ਬਖਸ਼ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।